ਮੇਰਾ ਨਾਮ ਦੀਪਾਲੀ ਹੈ। ਜਦੋਂ ਮੈਂ 7 ਸਾਲ ਦੀ ਸੀ ਤਾਂ ਮੇਰੇ ਮਾਤਾ-ਪਿਤਾ ਮੈਨੂੰ ਇਸ ਦੁਨੀਆ 'ਚ ਇਕੱਲਾ ਛੱਡ ਕੇ ਚਲੇ ਗਏ। ਮੇਰੇ ਸਿਰ ਤੇ ਮੇਰੇ ਮਾਤਾ-ਪਿਤਾ ਦਾ ਪਰਛਾਵਾਂ ਨਹੀਂ ਸੀ, ਪਰ ਮੇਰੇ ਚਾਚੇ ਨੇ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਦੇ ਦਿੱਤੀ ਸੀ। ਮੇਰਾ ਚਾਚਾ ਕੋਈ ਜ਼ਾਲਮ ਵਿਅਕਤੀ ਨਹੀਂ ਸੀ। ਮੇਰੇ ਚਾਚਾ ਜੀ ਬਹੁਤ ਚੰਗੇ ਇਨਸਾਨ ਸਨ। ਮੈਂ 18 ਸਾਲਾਂ ਦੀ ਸੀ ਜਦੋਂ ਮੇਰਾ ਵਿਆਹ ਹੋਇਆ। ਮੈਂ ਬਹੁਤ ਸੁੰਦਰ ਸੀ, ਪਰ ਮੇਰੇ ਚਾਚਾ ਜੀ ਨੇ ਮੇਰੇ ਲਈ ਜੋ ਪਰਿਵਾਰ ਲੱਭਿਆ ਸੀ ਉਹ ਇੰਨਾ ਚੰਗਾ ਨਹੀਂ ਸੀ। ਉਹ ਠੀਕ ਠਾਕ ਸੀ। ਲੜਕੇ ਦਾ ਪਰਿਵਾਰ ਨਾ ਤਾਂ ਬਹੁਤਾ ਅਮੀਰ ਸੀ ਅਤੇ ਨਾ ਹੀ ਬਹੁਤਾ ਗਰੀਬ। ਮੇਰੇ ਚਾਚਾ ਜੀ ਕੋਲ ਹੋਰ ਕੋਈ ਚਾਰਾ ਨਹੀਂ ਸੀ, ਕਿਉਂਕਿ ਮੇਰੀ ਚਾਚੀ ਬਿਲਕੁਲ ਵੀ ਵਧੀਆ ਨਹੀਂ ਸੀ। ਉਹ ਮੇਰੇ ਚਾਚੇ ਜੀ ਨਾਲ ਕਿਸੇ ਨਾ ਕਿਸੇ ਮੁੱਦੇ ਤੇ ਲੜਦੀ ਰਹਿੰਦੀ ਸੀ। ਮੈਂ ਸੁੰਦਰ ਸੀ, ਇਸ ਲਈ ਜ਼ਿਆਦਾਤਰ ਮੇਰੇ ਲਈ ਚੰਗੇ ਰਿਸ਼ਤੇ ਹੀ ਆਉਂਦੇ ਸੀ। ਜਦੋਂ ਵੀ ਮੇਰੇ ਲਈ ਕੋਈ ਚੰਗਾ ਰਿਸ਼ਤਾ ਆਉਂਦਾ ਤਾਂ ਮੇਰੀ ਚਾਚੀ ਮੇਰੇ ਰਿਸ਼ਤੇ ਤੋਂ ਇਨਕਾਰ ਕਰ ਦਿੰਦੀ ਸੀ ਅਤੇ ਕਹਿੰਦੀ ਸੀ ਕਿ ਤੁਸੀਂ ਸਿਰਫ ਆਪਣੀਆਂ ਧੀਆਂ ਬਾਰੇ ਸੋਚੋ। ਜੇਕਰ ਤੁਹਾਡੀ ਭਤੀਜੀ ਦਾ ਵਿਆਹ ਕਿਸੇ ਚੰਗੇ ਪਰਿਵਾਰ ਵਿੱਚ ਕਰਾਂਗੇ ਤਾਂ ਉਹ ਸਾਡੇ ਤੋਂ ਦਾਜ ਮੰਗਣਗੇ, ਅਤੇ ਵੈਸੇ ਵੀ ਉਹ ਸਾਡੀ ਧੀ ਨਹੀਂ ਹੈ। ਉਸ ਦਾ ਵਿਆਹ ਕਿਤੇ ਵੀ ਕਰ ਦਿਓ, ਕੋਈ ਫਰਕ ਨਹੀਂ ਪੈਂਦਾ। ਅਸੀਂ ਆਪਣੀਆਂ ਧੀਆਂ ਨੂੰ ਦਾਜ ਦੇਣਾ ਹੈ। ਸਾਡੇ ਘਰ ਵਿੱਚ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਅਤੇ ਮੈਂ ਤੁਹਾਡੀ ਭਤੀਜੀ ਦੇ ਵਿਆਹ ਵਿੱਚ ਆਪਣਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੀ। ਇਸ ਕਰਕੇ ਤੁਸੀਂ ਉਸ ਦਾ ਛੋਟਾ-ਮੋਟਾ ਰਿਸ਼ਤਾ ਲੱਭ ਕੇ ਸਾਡੇ ਘਰੋਂ ਕੱਢ ਦਿਓ, ਨਹੀਂ ਤਾਂ ਮੇਰੀਆਂ ਧੀਆਂ ਦਾ ਕੋਈ ਰਿਸ਼ਤਾ ਨਹੀਂ ਹੋਵੇਗਾ। ਕਿਉਂਕਿ ਜੋ ਮੇਰੇ ਘਰ ਆਉਂਦਾ ਸੀ ਉਹ ਮੈਨੂੰ ਪਸੰਦ ਕਰਕੇ ਚਲਾ ਜਾਂਦਾ ਸੀ। ਮੈਂ ਬਹੁਤ ਸੁੰਦਰ ਸੀ ਅਤੇ ਮੇਰੀ ਚਾਚੀ ਦੀਆਂ ਧੀਆਂ ਮੋਟੀਆਂ-ਮੋਟੀਆਂ ਤੇ ਕਾਲੀਆਂ ਸਨ, ਪਰ ਚਾਚੇ ਦੀਆਂ ਧੀਆਂ ਦਾ ਵਿਵਹਾਰ ਮੇਰੇ ਨਾਲ ਮਾੜਾ ਨਹੀਂ ਸੀ। ਉਹ ਹਮੇਸ਼ਾ ਮੈਨੂੰ ਆਪਣੀ ਭੈਣ ਵਾਂਗ ਪਿਆਰ ਕਰਦੀਆਂ ਸੀ। ਚਾਚਾ ਵੀ ਚੰਗਾ ਸੀ, ਸਿਰਫ ਚਾਚੀ ਦਾ ਵਿਵਹਾਰ ਮੇਰੇ ਨਾਲ ਹਮੇਸ਼ਾ ਬੁਰਾ ਰਹਿੰਦਾ ਸੀ। ਉਹ ਛੋਟੀ-ਛੋਟੀ ਗੱਲ ਤੇ ਮੇਰੇ ਨਾਲ ਗੁੱਸੇ ਹੋ ਜਾਂਦੀ ਸੀ। ਉਹ ਮੈਨੂੰ ਝਿੜਕਦੀ ਸੀ ਅਤੇ ਇਸ ਗੱਲ ਤੇ ਉਸ ਨੂੰ ਬਹੁਤ ਗੁੱਸਾ ਆਉਂਦਾ ਸੀ ਕਿ ਰਿਸ਼ਤਾ ਮੇਰੀਆਂ ਧੀਆਂ ਦਾ ਆਉਂਦਾ ਹੈ, ਪਰ ਉਹ ਦੀਪਾਲੀ ਨੂੰ ਪਸੰਦ ਕਰਕੇ ਚਲੇ ਜਾਂਦੇ ਹਨ। ਕਈ ਵਾਰ ਆਂਟੀ ਅਜਿਹੀ ਹਰਕਤ ਕਰਦੀ ਕਿ ਜਦੋਂ ਮੁੰਡੇ ਵਾਲੇ ਕੁੜੀਆਂ ਨੂੰ ਦੇਖਣ ਆਉਂਦੇ ਤਾਂ ਮੈਨੂੰ ਕਮਰੇ ਵਿੱਚ ਲੁਕੋ ਦਿੰਦੀ ਸੀ। ਇਨ੍ਹਾਂ ਗੱਲਾਂ ਤੋਂ ਤੰਗ ਆ ਕੇ ਚਾਚੇ ਨੇ ਮੇਰੇ ਲਈ ਸਾਦਾ ਜਿਹਾ ਰਿਸ਼ਤਾ ਦੇਖ ਕੇ ਮੇਰਾ ਵਿਆਹ ਕਰਵਾ ਦਿੱਤਾ। ਲੜਕੇ ਦੇ ਪਰਿਵਾਰ ਤੋਂ ਪੁੱਛਗਿੱਛ ਵੀ ਨਹੀਂ ਕੀਤੀ ਸੀ ਅਤੇ ਮੈਨੂੰ ਖਾਲੀ ਹੱਥ ਘਰੋਂ ਬਾਹਰ ਕੱਢ ਦਿੱਤਾ। ਜਿਸ ਘਰ ਵਿੱਚ ਮੇਰਾ ਵਿਆਹ ਹੋਇਆ ਸੀ ਉਸ ਘਰ ਵਿੱਚ ਕੋਈ ਔਰਤ ਨਹੀਂ ਸੀ। ਮੇਰੇ ਪਿਤਾ ਕਿਸੇ ਹੋਰ ਸ਼ਹਿਰ ਵਿੱਚ ਕੰਮ ਕਰਦੇ ਸਨ। ਇੱਥੋਂ ਸ਼ਹਿਰ ਜਾਣ ਵਿੱਚ 2 ਦਿਨ ਲੱਗ ਜਾਂਦੇ ਸੀ, ਇਸ ਲਈ ਉਹ ਵਾਰ-ਵਾਰ ਇੱਥੇ ਨਹੀਂ ਆ ਸਕਦੇ ਸਨ, ਪਰ ਉਹ ਹਰ ਮਹੀਨੇ 1 ਵਾਰ ਜ਼ਰੂਰ ਆਉਂਦੇ ਸਨ। ਮੈਂ ਸੋਚਿਆ ਇਹ ਚੰਗਾ ਹੈ ਕਿ ਉਹ ਕਿਸੇ ਹੋਰ ਦੇਸ਼ ਵਿੱਚ ਨਹੀਂ, ਆਪਣੇ ਦੇਸ਼ ਵਿੱਚ ਹੀ ਕੰਮ ਕਰਦੇ ਹੈ। ਜੇ ਉਹ ਦੇਸ਼ ਤੋਂ ਬਾਹਰ ਕੰਮ ਕਰਦੇ ਤਾਂ 1 ਜਾਂ 2 ਸਾਲ ਬਾਅਦ ਘਰ ਆਉਂਦੇ। ਮੇਰੇ ਸਹੁਰੇ ਘਰ ਕੋਈ ਔਰਤ ਨਹੀਂ ਸੀ, ਸਿਰਫ ਮੇਰਾ ਸਹੁਰਾ ਸੀ। ਮੇਰਾ ਪਤੀ ਵੀ ਦੂਜੇ ਸ਼ਹਿਰ ਵਿੱਚ ਕੰਮ ਕਰਦਾ ਸੀ। ਮੇਰੇ ਪਤੀ ਨੇ ਕਿਹਾ ਕਿ ਤੁਹਾਨੂੰ ਸਾਡੇ ਘਰ ਕੋਈ ਸਮੱਸਿਆ ਨਹੀਂ ਹੋਵੇਗੀ ਅਤੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮੇਰੇ ਪਿਤਾ ਜੀ ਬਹੁਤ ਚੰਗੇ ਹਨ, ਉਹ ਤੁਹਾਡੀ ਦੇਖਭਾਲ ਕਰਨਗੇ ਅਤੇ ਤੁਹਾਨੂੰ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਮਿਲੇਗੀ। ਇਹ ਸੱਚ ਸੀ ਕਿ ਮੇਰਾ ਸਹੁਰਾ ਬਹੁਤ ਚੰਗਾ ਇਨਸਾਨ ਸੀ ਅਤੇ ਮੇਰਾ ਬਹੁਤ ਖਿਆਲ ਰੱਖਦੇ ਸੀ। ਵਿਆਹ ਤੋਂ 1 ਹਫ਼ਤੇ ਬਾਅਦ ਹੀ ਮੇਰੇ ਪਤੀ ਨੇ ਕਿਹਾ ਕਿ ਮੈਂ ਹੁਣ ਕੰਮ ਤੇ ਜਾਣਾ ਹੈ। ਮੈਂ ਸਿਰਫ ਵਿਆਹ ਲਈ 1 ਹਫ਼ਤੇ ਦੀ ਛੁੱਟੀ ਲਈ ਸੀ। ਮੇਰੀਆਂ ਛੁੱਟੀਆਂ ਖਤਮ ਹੋ ਗਈਆਂ ਹਨ, ਇਸ ਲਈ ਮੇਰਾ ਹੁਣ ਉੱਥੇ ਜਾਣਾ ਬਹੁਤ ਜ਼ਰੂਰੀ ਹੈ। ਮੈਂ ਹੰਝੂਆਂ ਨਾਲ ਆਪਣੇ ਪਤੀ ਨੂੰ ਅਲਵਿਦਾ ਕਹਿ ਦਿੱਤਾ। ਉਹ ਆਪਣੇ ਕੰਮ ਲਈ ਚਲੇ ਗਏ ਸੀ। ਮੇਰੇ ਪਤੀ ਦਾ ਨਾਮ ਨਿਸ਼ਾਨ ਸੀ ਅਤੇ ਮੇਰੇ ਸਹੁਰੇ ਦਾ ਨਾਮ ਵਿਨੋਦ ਸੀ। ਮੇਰਾ ਸਹੁਰਾ ਵੀ ਸਵੇਰੇ-ਸਵੇਰੇ ਆਪਣੇ ਕੰਮ ਤੇ ਚਲਾ ਜਾਂਦਾ ਸੀ ਅਤੇ ਮੈਂ ਉਹਨਾਂ ਲਈ ਨਾਸ਼ਤਾ ਪਹਿਲਾਂ ਹੀ ਤਿਆਰ ਕਰ ਲਿਆ ਕਰਦੀ ਸੀ। ਨਾਸ਼ਤਾ ਕਰਨ ਤੋਂ ਬਾਅਦ ਮੇਰਾ ਸਹੁਰਾ ਆਪਣੇ ਕੰਮ ਤੇ ਜਾਣ ਲੱਗਿਆ ਅਤੇ ਜਾਣ ਤੋਂ ਬਾਅਦ ਮੇਰੇ ਸਹੁਰੇ ਨੇ ਮੈਨੂੰ ਕਿਹਾ ਕਿ ਅੰਦਰੋਂ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕਰ ਲੈਣਾ। ਜੋ ਵੀ ਆਵੇ ਦਰਵਾਜ਼ਾ ਨਾ ਖੋਲ੍ਹਣਾ। ਜੇ ਮੈਂ ਵੀ ਦਰਵਾਜ਼ਾ ਖੜਕਾਵਾਂ ਪਹਿਲਾਂ ਪੁੱਛੋ ਕੌਣ ਹੈ। ਜਦੋਂ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਹਾਂ, ਤੁਸੀਂ ਮੇਰੀ ਆਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹਣਾ। ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਅਤੇ ਮੇਰੀ ਹਰ ਗੱਲ ਨੂੰ ਧੀ ਵਾਂਗ ਸਵੀਕਾਰ ਕਰਦੇ ਸੀ। ਉਹ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਅਸ਼ੀਰਵਾਦ ਦਿੰਦੇ ਅਤੇ ਚਲੇ ਜਾਂਦੇ। ਜਦੋਂ ਮੇਰਾ ਸਹੁਰਾ ਘਰ ਵਾਪਸ ਆਉਂਦਾ ਤਾਂ ਮੇਰੇ ਲਈ ਪਕੌੜੇ ਲੈ ਕੇ ਆਉਂਦਾ। ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਬਾਬੂ ਜੀ ਇਸ ਦੀ ਕੀ ਲੋੜ ਸੀ, ਤਾਂ ਉਹਨਾਂ ਨੇ ਕਿਹਾ ਨੋ ਤੇਰਾ ਹੁਣੇ-ਹੁਣੇ ਵਿਆਹ ਹੋਇਆ ਹੈ, ਇਸ ਲਈ ਤੇਰਾ ਖਿਆਲ ਰੱਖਣਾ ਪਵੇਗਾ। ਜੇ ਅੱਜ ਤੇਰੀ ਸੱਸ ਹੁੰਦੀ ਤਾਂ ਉਹ ਵੀ ਤੈਨੂੰ ਇੰਨਾ ਹੀ ਪਿਆਰ ਕਰਦੀ। ਜੇ ਮੇਰੀ ਧੀ ਹੁੰਦੀ ਉਹ ਤੁਹਾਡੇ ਨਾਲ ਦੋਸਤਾਂ ਵਾਂਗ ਰਹਿੰਦੀ। ਪਰ ਕੀ ਕਰੀਏ, ਸ਼ਾਇਦ ਇਸ ਘਰ ਵਿੱਚ ਇਕੱਲੇ ਰਹਿਣਾ ਤੁਹਾਡੀ ਕਿਸਮਤ ਵਿੱਚ ਸੀ। ਮੈਂ ਕਿਹਾ ਕੋਈ ਗੱਲ ਨਹੀਂ ਬਾਬੂ ਜੀ, ਤੁਸੀਂ ਇਸ ਘਰ ਵਿੱਚ ਹੋ ਨਾ। ਮੇਰਾ ਸਹੁਰਾ ਹਰ ਰੋਜ਼ ਮੇਰੇ ਲਈ ਕੋਈ ਨਾ ਕੋਈ ਖਾਣ ਪੀਣ ਦਾ ਸਮਾਨ ਲਿਆਉਂਦਾ ਸੀ,
ਪਰ ਇੱਕ ਵਾਰ ਉਹ ਮੇਰੇ ਲਈ ਕੁਝ ਅਜਿਹਾ ਲੈ ਕੇ ਆਇਆ ਜਿਸ ਦੀ ਮੈਨੂੰ ਉਮੀਦ ਵੀ ਨਹੀਂ ਸੀ। ਇਸ ਨੂੰ ਦੇਖ ਕੇ ਮੈਂ ਥੋੜਾ ਹੈਰਾਨ ਵੀ ਹੋਈ ਸੀ। ਮੇਰਾ ਪਤੀ ਇੱਕ ਹੋਟਲ ਵਿੱਚ ਸੈਫ ਦਾ ਕੰਮ ਕਰਦਾ ਸੀ ਅਤੇ ਉਸ ਹੋਟਲ ਵਿੱਚ ਦਿਨ ਰਾਤ ਖਾਣਾ ਬਣਦਾ ਸੀ, ਜਿਸ ਕਰਕੇ ਉਸ ਨੂੰ ਦਿਨ ਭਰ ਕਿਸੇ ਨਾਲ ਗੱਲ ਕਰਨ ਦੀ ਆਗਿਆ ਨਹੀਂ ਮਿਲਦੀ ਸੀ ਅਤੇ ਰਾਤ ਦੇ ਸਮੇਂ ਉਹ ਮੇਰੇ ਨਾਲ ਥੋੜੀ ਦੇਰ ਲਈ ਹੀ ਗੱਲ ਕਰਦੇ ਸੀ। ਪਰ ਉਹ ਇੰਨਾ ਥੱਕ ਜਾਂਦੇ ਸੀ ਕਿ ਉਹ ਗੱਲ ਕਰਦੇ ਕਰਦੇ ਹੀ ਸੌਂ ਜਾਂਦੇ ਸੀ। ਮੈਨੂੰ ਆਪਣੇ ਪਤੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ, ਕਿਉਂਕਿ ਮੈਂ ਸਾਰਾ ਦਿਨ ਆਪਣੇ ਪਤੀ ਦੇ ਫੋਨ ਦੀ ਉਡੀਕ ਕਰਦੀ ਰਹਿੰਦੀ ਸੀ। ਪਰ ਇਹ ਮੇਰੇ ਪਤੀ ਦੀ ਮਜਬੂਰੀ ਸੀ। ਉਹ ਸਾਰਾ ਦਿਨ ਹੋਟਲ ਵਿੱਚ ਖਾਣਾ ਬਣਾਉਂਦੇ ਰਹਿੰਦੇ ਸੀ ਅਤੇ ਖਾਣਾ ਬਣਾਉਂਦੇ ਬਣਾਉਂਦੇ ਉਹ ਬਹੁਤ ਥੱਕ ਜਾਂਦੇ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਸਾਡੇ ਸ਼ਹਿਰ ਦਾ ਸਭ ਤੋਂ ਮਸ਼ਹੂਰ ਹੋਟਲ ਹੈ, ਜੋ ਕਿ ਬਹੁਤ ਵੱਡਾ ਹੈ, ਜਿੱਥੇ ਦੂਰ ਦੂਰ ਦੇ ਲੋਕ ਖਾਣਾ ਖਾਣ ਅਤੇ ਨਾਸ਼ਤਾ ਕਰਨ ਲਈ ਆਉਂਦੇ ਹਨ। ਇਸ ਲਈ ਮੈਨੂੰ ਇੱਥੇ ਕਿਸੇ ਨਾਲ ਗੱਲ ਕਰਨ ਦਾ ਜ਼ਿਆਦਾ ਸਮਾਂ ਨਹੀਂ ਮਿਲਦਾ। ਇੱਥੇ ਨਵੇਂ-ਨਵੇਂ ਤਰੀਕਿਆਂ ਦਾ ਖਾਣਾ ਮਿਲਦਾ ਹੈ। ਮੇਰੇ ਪਤੀ ਨੇ ਸੈਫ ਲਈ ਸ਼ੁਰੂ ਤੋਂ ਹੀ ਕੰਮ ਕੀਤਾ ਸੀ, ਇਸੇ ਲਈ ਉਹਨਾਂ ਨੂੰ ਦੂਜੇ ਸ਼ਹਿਰ ਦੇ ਇੱਕ ਵੱਡੇ ਹੋਟਲ 'ਚ ਨੌਕਰੀ ਮਿਲ ਗਈ, ਜਿਸ ਲਈ ਉਹਨਾਂ ਨੂੰ ਚੰਗੀ ਤਨਖਾਹ ਵੀ ਮਿਲੀ ਸੀ। ਮੇਰੇ ਪਤੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਅਤੇ ਮੇਰੇ ਸਹੁਰੇ ਬਹੁਤ ਚੰਗੇ ਸਨ। ਮੇਰੇ ਪਤੀ ਨੇ ਮੇਰੇ ਵਿਆਹ ਤੇ ਵੀ ਮੈਨੂੰ ਬਹੁਤ ਵਧੀਆ ਤੇ ਮਹਿੰਗੇ ਤੋਹਫੇ ਦਿੱਤੇ ਸਨ, ਜੋ ਸ਼ਾਇਦ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੇ ਸਨ, ਕਿਉਂਕਿ ਮੈਂ ਸਿਰਫ ਆਪਣੇ ਚਾਚੇ ਅਤੇ ਚਾਚੀ ਦੇ ਘਰ ਗਰੀਬੀ ਦੇਖੀ ਸੀ ਅਤੇ ਲੋਕਾਂ ਨੇ ਮੈਨੂੰ ਕਦੇ ਕਿਸੇ ਮਹਿੰਗੀ ਚੀਜ਼ ਨੂੰ ਹੱਥ ਤੱਕ ਨਹੀਂ ਸੀ ਲਾਉਣ ਦਿੱਤਾ। ਮੇਰੇ ਪਤੀ ਨੇ ਕਿਹਾ ਕਿ ਮੈਨੂੰ ਇੱਥੇ ਚੰਗੇ ਪੈਸੇ ਮਿਲਦੇ ਹਨ, ਇਸ ਲਈ ਮੈਂ ਤੁਹਾਡੇ ਤੋਂ ਇੰਨੀ ਦੂਰ ਰਹਿੰਦਾ ਹਾਂ, ਨਹੀਂ ਤਾਂ ਮੈਂ ਅਜੀ ਨੌਕਰੀ ਲਈ ਤੁਹਾਡੇ ਤੋਂ ਦੂਰ ਨਹੀਂ ਰਹਿੰਦਾ। ਸ਼ਾਇਦ ਮੈਂ ਆਪਣੇ ਸ਼ਹਿਰ ਵਿੱਚ ਰਹਿ ਕੇ ਇਹ ਪ੍ਰਾਪਤ ਨਹੀਂ ਕਰ ਸਕਦਾ। ਪਰ ਕੁਝ ਦਿਨਾਂ ਬਾਅਦ ਹੀ ਮੈਨੂੰ ਬੁਰੀ ਖਬਰ ਮਿਲੀ ਕਿ ਮੇਰੇ ਪਤੀ, ਜੋ ਕਿ ਹੋਟਲ ਵਿੱਚ ਕੰਮ ਕਰਦੇ ਸਨ, ਦੀ ਅਚਾਨਕ ਮੌਤ ਹੋ ਗਈ। ਉਸ ਇਮਾਰਤ ਵਿੱਚ ਸਿਲੰਡਰ ਫਟਣ ਕਾਰਨ ਮੇਰੇ ਪਤੀ ਦੀ ਮੌਤ ਹੋ ਗਈ ਸੀ। ਇਹ ਮੇਰੇ ਲਈ ਬਹੁਤ ਦੁੱਖ ਦੀ ਗੱਲ ਸੀ। ਵਿਆਹ ਤੋਂ 3 ਮਹੀਨੇ ਬਾਅਦ ਹੀ ਮੈਂ ਵਿਧਵਾ ਹੋ ਗਈ। ਜਦੋਂ ਮੇਰੇ ਚਾਚੇ ਨੇ ਮੈਨੂੰ ਘਰ ਵਾਪਸ ਜਾਣ ਲਈ ਕਿਹਾ ਤਾਂ ਮੇਰੀ ਚਾਚੀ ਨੇ ਹੰਗਾਮਾ ਮਚਾ ਦਿੱਤਾ ਕਿ ਇਹ ਔਰਤ ਵਿਆਹ ਦੇ 3 ਮਹੀਨਿਆਂ ਬਾਅਦ ਹੀ ਵਿਧਵਾ ਹੋ ਗਈ। ਉਹ ਮਨਹੂਸ ਹੈ ਅਤੇ ਮੈਂ ਉਸ ਨੂੰ ਆਪਣੇ ਘਰ ਨਹੀਂ ਆਉਣ ਦਿਆਂਗੀ, ਨਾ ਹੀ ਮੈਂ ਇਸ ਦਾ ਪ੍ਰਭਾਵ ਆਪਣੀਆਂ ਧੀਆਂ ਤੇ ਪੈਣ ਦਿਆਂਗੀ। ਜਦੋਂ ਤੱਕ ਉਹ ਸਾਡੇ ਘਰ ਰਹਿੰਦੀ ਸੀ, ਸਾਡੇ ਘਰ ਕੁਝ ਚੰਗਾ ਨਹੀਂ ਹੋਇਆ ਸੀ ਅਤੇ ਜਦੋਂ ਤੋਂ ਉਹ ਵਿਆਹ ਕਰਕੇ ਸਾਡੇ ਘਰੋਂ ਚਲੀ ਗਈ ਸੀ, ਉਸ ਦਿਨ ਤੋਂ ਹੀ ਸਾਡੇ ਘਰ ਵਿੱਚ ਰੌਣਕ ਆ ਗਈ ਸੀ। ਮੈਂ ਇਸ ਮਨਹੂਸ ਔਰਤ ਨੂੰ ਦੁਬਾਰਾ ਆਪਣੇ ਘਰ ਵਿੱਚ ਦਾਖਲ ਨਹੀਂ ਹੋਣ ਦਿਆਂਗੀ। ਮਾਸੀ ਦੇ ਪਿਆਰ ਨੂੰ ਦੇਖ ਕੇ ਮੈਂ ਇਹ ਫੈਸਲਾ ਕਰਨ ਲਈ ਮਜਬੂਰ ਹੋ ਗਈ ਕਿ ਮੈਂ ਦੁਬਾਰਾ ਉਸ ਦੇ ਘਰ ਨਹੀਂ ਜਾਵਾਂਗੀ ਅਤੇ ਆਪਣੇ ਸਹੁਰੇ ਘਰ ਹੀ ਰਹਾਂਗੀ, ਕਿਉਂਕਿ ਇੱਥੇ ਚਾਚੀ ਦੇ ਘਰ ਨਾਲੋਂ ਜ਼ਿੰਦਗੀ ਬਿਹਤਰ ਹੈ। ਮੇਰੇ ਚਾਚੇ ਨੇ ਮੈਨੂੰ ਕਿਹਾ ਕਿ ਚਿੰਤਾ ਨਾ ਕਰੋ, ਅੱਜ ਕੱਲ੍ਹ ਵਿਧਵਾ ਕੁੜੀ ਦੇ ਵੀ ਦੁਬਾਰਾ ਵਿਆਹ ਹੋ ਜਾਂਦੇ ਹਨ, ਤੁਹਾਨੂੰ ਵੀ ਕੋਈ ਚੰਗਾ ਰਿਸ਼ਤਾ ਮਿਲ ਜਾਵੇਗਾ। ਮੈਂ ਤੁਹਾਡੇ ਲਈ ਕੋਈ ਰਿਸ਼ਤਾ ਲੱਭਦਾ ਹਾਂ, ਪਰ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਮੈਂ ਆਪਣੇ ਪਤੀ ਨੂੰ ਬਹੁਤ ਯਾਦ ਕਰਦੀ ਹਾਂ ਅਤੇ ਮੈਂ ਅਜੇ ਵੀ ਆਪਣੇ ਪਤੀ ਨੂੰ ਹੀ ਪਿਆਰ ਕਰਦੀ ਹਾਂ। ਇੱਕ ਦਿਨ ਮੇਰਾ ਸਹੁਰਾ ਕੰਮ ਤੋਂ ਜਲਦੀ ਵਾਪਸ ਆ ਗਿਆ ਤਾਂ ਮੈਂ ਦੇਖਿਆ ਕਿ ਮੇਰੇ ਸਹੁਰੇ ਦੇ ਹੱਥ ਵਿੱਚ ਕਾਲੇ ਰੰਗ ਦਾ ਕੰਬਲ ਸੀ। ਉਹ ਕਹਿਣ ਲੱਗਾ ਕਿ ਬਹੂ, ਇਹ ਕੰਬਲ ਲੈ ਕੇ ਰਾਤ ਨੂੰ ਸੌਣਾ ਬਹੁਤ ਠੰਡਾ ਹੈ, ਇਹ ਕੰਬਲ ਤੁਹਾਨੂੰ ਰਾਤ ਨੂੰ ਬਹੁਤ ਗਰਮ ਰੱਖੇਗਾ। ਮੈਂ ਕਿਹਾ ਠੀਕ ਹੈ, ਪਰ ਮੈਨੂੰ ਆਪਣੇ ਸਹੁਰੇ ਨੂੰ ਪੁੱਛਣਾ ਚਾਹੀਦਾ ਸੀ ਕਿ ਮੈਂ ਰਾਤ ਨੂੰ ਇਹ ਕੰਬਲ ਹੀ ਲੈ ਕੇ ਕਿਉਂ ਸੌਵਾਂ। ਇਸ ਵੇਲੇ ਉਨੀ ਠੰਡ ਨਹੀਂ ਸੀ ਤੇ ਇਹ ਕੰਬਲ ਕਾਫੀ ਮੋਟਾ ਸੀ। ਮੇਰੇ ਸਹੁਰੇ ਨੇ ਕਿਹਾ ਸੀ ਕਿ ਮੈਂ ਤੁਹਾਡੇ ਲਈ ਇਹ ਖਾਸ ਚੀਜ਼ ਲੈ ਕੇ ਆਇਆ ਹਾਂ, ਤੁਸੀਂ ਇਸ ਨੂੰ ਰਾਤ ਨੂੰ ਲੈ ਕੇ ਸੌਂ ਜਾਓ। ਮੈਂ ਸੋਚਿਆ ਇਸ ਨੂੰ ਰਾਤ ਨੂੰ ਲੈ ਕੇ ਸੌਂ ਜਾਵਾਂਗੀ। ਵੈਸੇ ਵੀ ਇਸ ਘਰ ਵਿੱਚ ਬਹੁਤਾ ਸਮਾਨ ਨਹੀਂ ਸੀ ਅਤੇ ਮੈਂ ਦਾਜ ਵੀ ਨਹੀਂ ਲਿਆਈ ਸੀ। ਮੈਂ ਰਾਤ ਨੂੰ ਉਸ ਕੰਬਲ ਨੂੰ ਲੈ ਕੇ ਸੌਂ ਗਈ, ਪਰ ਮੈਂ ਹੈਰਾਨ ਰਹਿ ਗਈ ਕਿ ਜਦੋਂ ਸਵੇਰੇ ਮੇਰੇ ਸਹੁਰੇ ਨੇ ਮੈਨੂੰ ਕੰਬਲ ਵਾਪਸ ਕਰਨ ਲਈ ਕਿਹਾ, ਮੈਂ ਸੋਚਿਆ ਕਿ ਸ਼ਾਇਦ ਮੇਰੇ ਸਹੁਰੇ ਨੇ ਉਹ ਕੰਬਲ ਮੈਨੂੰ ਰੱਖਣ ਲਈ ਦਿੱਤਾ ਹੋਵੇਗਾ। ਮੈਂ ਕਿਹਾ, ਪਰ ਬਾਬੂ ਜੀ, ਮੈਂ ਤਾਂ ਰਾਤ ਨੂੰ ਕੰਬਲ ਵਰਤ ਲਿਆ ਸੀ। ਉਸਨੇ ਕਿਹਾ ਕਿ ਕੋਈ ਸਮੱਸਿਆ ਨਹੀਂ, ਇਹ ਚੰਗਾ ਹੈ ਕਿ ਤੁਸੀਂ ਇਸ ਦਾ ਉਪਯੋਗ ਕੀਤਾ ਹੈ, ਪਰ ਹੁਣ ਇਹ ਮੈਨੂੰ ਵਾਪਸ ਦੇ ਦਿਓ। ਮੈਂ ਉਹ ਕੰਬਲ ਚੁੱਕ ਕੇ ਆਪਣੇ ਸਹੁਰੇ ਨੂੰ ਵਾਪਸ ਕਰ ਦਿੱਤਾ। ਮੇਰੇ ਸਹੁਰੇ ਨੇ ਉਹ ਕੰਬਲ ਇੱਕ ਵੱਡੇ ਬੈਗ ਵਿੱਚ ਪਾ ਦਿੱਤਾ ਅਤੇ ਆਪਣੇ ਨਾਲ ਲੈ ਗਏ। ਇਹ ਸਸਤਾ ਨਹੀਂ ਲੱਗਦਾ ਸੀ, ਉਹ ਮਹਿੰਗਾ ਲੱਗ ਰਿਹਾ ਸੀ, ਸ਼ਾਇਦ ਇਸੇ ਲਈ ਵਾਪਸ ਕਰਨ ਚਲੇ ਗਏ ਸੀ। ਮੈਂ ਵੀ ਆਪਣੇ ਸਹੁਰੇ ਤੋਂ ਕੋਈ ਸਵਾਲਾਂ ਜਵਾਬ ਨਹੀਂ ਕੀਤੇ ਅਤੇ ਕੰਬਲ ਉਸ ਨੂੰ ਵਾਪਸ ਕਰ ਦਿੱਤਾ। ਮੈਂ ਆਪਣੇ ਪਤੀ ਨੂੰ ਬਹੁਤ ਯਾਦ ਕਰਦੀ ਸੀ, ਪਰ ਹੁਣ ਉਹ ਵਾਪਸ ਨਹੀਂ ਆ ਸਕਦੇ ਸੀ। ਮੈਂ ਸਾਰੀ ਰਾਤ ਉਸ ਬਾਰੇ
ਸੋਚ ਕੇ ਜਾਗਦੀ ਰਹਿੰਦੀ ਸੀ, ਪਰ ਅੱਜ ਰਾਤ ਮੈਨੂੰ ਬਹੁਤ ਚੰਗੀ ਨੀਂਦ ਆਈ ਸੀ। ਜਦੋਂ ਕਿ ਪਿਛਲੇ ਦਿਨਾਂ ਵਿੱਚ ਮੈਂ ਸਾਰੀ ਰਾਤ ਜਾਗਦੀ ਰਹਿੰਦੀ ਸੀ ਅਤੇ ਰੋਂਦੀ ਰਹਿੰਦੀ ਸੀ ਅਤੇ ਰੋ ਰੋ ਕੇ ਮੇਰੀ ਹਾਲਤ ਖਰਾਬ ਹੋ ਗਈ ਸੀ, ਪਰ ਅੱਜ ਰਾਤ ਮੈਨੂੰ ਬਹੁਤ ਚੰਗੀ ਨੀਂਦ ਆਈ। ਇੰਜ ਲੱਗਦਾ ਸੀ ਕਿ ਜਿਵੇਂ ਸਭ ਕੁਝ ਝੂਠ ਸੀ ਅਤੇ ਮੇਰਾ ਪਤੀ ਤੁਰੰਤ ਮੇਰੇ ਕੋਲ ਵਾਪਸ ਆ ਜਾਵੇਗਾ ਅਤੇ ਕਹੇਗਾ ਕਿ ਮੇਰੀ ਮੌਤ ਦੀ ਖਬਰ ਝੂਠੀ ਸੀ, ਮੈਂ ਜਿੰਦਾ ਹਾਂ ਅਤੇ ਤੁਹਾਡੇ ਸਾਹਮਣੇ ਹਾਂ ਅਤੇ ਬਿਲਕੁਲ ਠੀਕ ਹਾਂ, ਮੈਨੂੰ ਕੁਝ ਨਹੀਂ ਹੋਇਆ। ਅਜਿਹਾ ਕੁਝ ਨਹੀਂ ਹੋਣ ਵਾਲਾ ਸੀ। ਇਹ ਤਾਂ ਦਿਲ ਨੂੰ ਦਿਲਾਸਾ ਦੇਣ ਵਾਲੀ ਗੱਲ ਸੀ। ਨਾ ਕੋਈ ਇਸ ਤਰ੍ਹਾਂ ਜ਼ਿੰਦਗੀ ਵਿੱਚ ਵਾਪਸ ਆਉਂਦਾ ਹੈ ਅਤੇ ਨਾ ਹੀ ਕੋਈ ਇਸ ਤਰ੍ਹਾਂ ਜ਼ਿੰਦਗੀ ਤੋਂ ਵਾਪਸ ਜਾਂਦਾ ਹੈ। ਮੌਤ ਬਹੁਤ ਬੁਰੀ ਚੀਜ਼ ਹੈ। ਉਹ ਕਦੇ ਵੀ ਕਿਸੇ ਵਿਅਕਤੀ ਨਾਲ ਇਨਸਾਫ ਨਹੀਂ ਕਰਦੀ ਅਤੇ ਉਸ ਦੇ ਪਰਿਵਾਰ ਮੈਂਬਰਾਂ ਨੂੰ ਅਜਿਹੀਆਂ ਸਥਿਤੀਆਂ ਵਿੱਚ ਪਾਉਂਦੀ ਹੈ ਜਿਸ ਲਈ ਉਹ ਪਹਿਲਾਂ ਤੋਂ ਤਿਆਰ ਨਹੀਂ ਹੁੰਦੇ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇੰਨੀ ਜਲਦੀ ਵਿਧਵਾ ਹੋ ਜਾਵਾਂਗੀ ਅਤੇ ਮੇਰਾ ਪਤੀ, ਜਿਸ ਨਾਲ ਮੈਂ ਇਹਨਾਂ 3 ਮਹੀਨਿਆਂ ਵਿੱਚ ਸਿਰਫ 3 ਹਫ਼ਤੇ ਹੀ ਬਿਤਾਏ ਸਨ, ਮੈਨੂੰ ਨਹੀਂ ਸੀ ਪਤਾ ਕਿ ਉਹ ਇੰਨੀ ਜਲਦੀ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਜਾਵੇਗਾ। ਮੈਨੂੰ ਆਸ ਸੀ ਕਿ ਸ਼ਾਇਦ ਮੈਂ ਗਰਭਵਤੀ ਸੀ। ਮੇਰੇ ਪਤੀ ਨੂੰ ਛੱਡ ਕੇ ਗਏ ਸਿਰਫ 15 ਦਿਨ ਹੀ ਹੋਏ ਸਨ। ਕੁਝ ਦਿਨ ਹੋਰ ਲੰਘ ਜਾਂਦੇ ਤਾਂ ਸ਼ਾਇਦ ਮੈਨੂੰ ਪਤਾ ਲੱਗ ਜਾਂਦਾ ਕਿ ਮੈਂ ਮਾਂ ਬਣਨ ਜਾ ਰਹੀ ਹਾਂ ਜਾਂ ਨਹੀਂ, ਕਿਉਂਕਿ ਜਦੋਂ ਮੇਰਾ ਪਤੀ ਪਿਛਲੀ ਵਾਰ ਇੱਥੇ ਆਇਆ ਸੀ ਤਾਂ ਅਸੀਂ ਦੋਵਾਂ ਨੇ ਪੂਰਾ ਹਫ਼ਤਾ ਇਕੱਠੇ ਬਿਤਾਇਆ ਸੀ ਅਤੇ ਜਦੋਂ ਉਹ ਵਾਪਸ ਗਏ ਤਾਂ 2 ਦਿਨ ਹੀ ਹੋਏ ਸੀ ਤੇ ਖਬਰ ਆ ਗਈ ਕਿ ਉਸ ਦੀ ਮੌਤ ਹੋ ਗਈ ਹੈ। ਇਸ ਲਈ ਮੇਰੇ ਕੋਲ ਅਜੇ ਵੀ ਇੱਕ ਉਮੀਦ ਬਾਕੀ ਸੀ। ਰਾਤ ਨੂੰ ਜਦੋਂ ਮੇਰਾ ਸਹੁਰਾ ਘਰ ਵਾਪਸ ਆਇਆ, ਉਹਨਾਂ ਦੇ ਹੱਥ ਵਿੱਚ ਉਹੀ ਕੰਬਲ ਸੀ ਅਤੇ ਉਹਨਾਂ ਨੇ ਮੈਨੂੰ ਰਾਤ ਨੂੰ ਇਸ ਕੰਬਲ ਨੂੰ ਲੈ ਕੇ ਸੌਣ ਲਈ ਕਿਹਾ। ਮੈਂ ਕਿਹਾ, ਕੀ ਗੱਲ ਹੈ, ਤੁਸੀਂ ਇਸ ਨੂੰ ਵਾਪਸ ਕਿਉਂ ਲੈ ਕੇ ਆ ਗਏ? ਤਾਂ ਉਹ ਕਹਿਣ ਲੱਗਾ ਕਿ ਸ਼ਾਇਦ ਇਹ ਮੈਨੂੰ ਉਸ ਦੁਕਾਨ ਤੇ ਮਹਿੰਗੇ ਭਾਅ ਤੇ ਦਿੱਤਾ ਗਿਆ ਸੀ। ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਤੁਸੀਂ ਇਹ ਕੰਬਲ ਮਹਿੰਗੇ ਮੁੱਲ ਵਿੱਚ ਖਰੀਦਿਆ ਹੈ। ਮੈਂ ਇਹ ਬਹੁਤਾ ਸਸਤਾ ਖਰੀਦਿਆ ਸੀ, ਇਸ ਲਈ ਮੈਂ ਇਸ ਨੂੰ ਵਾਪਸ ਉਸੇ ਦੁਕਾਨ ਤੇ ਲੈ ਗਿਆ ਅਤੇ ਉਹਨਾਂ ਨਾਲ ਬਹਿਸ ਕੀਤੀ, ਪਰ ਫਿਰ ਦੁਕਾਨਦਾਰ ਨੇ ਮੈਨੂੰ 500 ਰੁਪਏ ਵਾਪਸ ਕਰ ਦਿੱਤੇ ਅਤੇ ਹੁਣ ਬਹੁਤ ਦੇਰ ਹੋ ਗਈ ਹੈ, ਤੁਸੀਂ ਵੀ ਜਾ ਕੇ ਸੌਂ ਜਾਓ। ਉਹੀ ਹੋਇਆ ਜਿਸ ਦਾ ਮੈਂ ਅੰਦਾਜ਼ਾ ਲਗਾਇਆ ਸੀ। ਮੈਂ ਕਿਹਾ, ਠੀਕ ਹੈ। ਮੈਂ ਸੌਣ ਲਈ ਆਪਣੇ ਬਿਸਤਰੇ ਤੇ ਲੇਟ ਗਈ ਅਤੇ ਆਪਣੇ ਆਪ ਨੂੰ ਉਸੇ ਕੰਬਲ ਨਾਲ ਢੱਕ ਲਿਆ ਅਤੇ ਮੈਂ ਇੰਨੀ ਗੂੜੀ ਨੀਂਦ ਵਿੱਚ ਸੌਂ ਗਈ ਤੇ ਸਵੇਰੇ ਹੀ ਮੇਰੀਆਂ ਅੱਖਾਂ ਖੁੱਲੀਆਂ, ਪਰ ਮੈਨੂੰ ਬਹੁਤ ਅਜੀਬ ਮਹਿਸੂਸ ਹੋ ਰਿਹਾ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਮਾਂ ਬਣਨ ਜਾ ਰਹੀ ਹਾਂ ਅਤੇ ਫਿਰ ਮੇਰੀ ਹਾਲਤ ਕੁਝ ਖਰਾਬ ਮਹਿਸੂਸ ਹੋਣ ਲੱਗੀ। ਮੈਨੂੰ ਥੋੜੇ ਚੱਕਰ ਆ ਰਹੇ ਸੀ ਅਤੇ ਮੈਂ ਬਿਮਾਰ ਮਹਿਸੂਸ ਕਰ ਰਹੀ ਸੀ। ਪਰ ਜਦੋਂ ਮੈਂ ਸਵੇਰੇ ਬਰਤਨ ਧੋ ਰਹੀ ਸੀ ਤਾਂ ਮੇਰਾ ਸਹੁਰਾ ਰਸੋਈ ਵਿੱਚ ਆਇਆ ਅਤੇ ਮੈਨੂੰ ਕਹਿਣ ਲੱਗੇ ਕਿ ਮੈਨੂੰ ਉਹ ਕੰਬਲ ਵਾਪਸ ਦੇ ਦਿਓ। ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ, ਕਿਉਂਕਿ ਮੈਂ ਆਪਣੇ ਸਹੁਰੇ ਨੂੰ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਮੇਰੇ ਕੋਲੋਂ ਕੰਬਲ ਵਾਪਸ ਕਿਉਂ ਲੈ ਰਹੇ ਹੋ। ਫਿਰ ਮੇਰੇ ਸਹੁਰੇ ਨੇ ਕਿਹਾ ਕਿ ਮੇਰੇ ਕੋਲ ਸਮਾਂ ਨਹੀਂ ਹੈ ਅਤੇ ਜਲਦੀ ਜਾ ਕੇ ਕੰਬਲ ਵਾਪਸ ਲਿਆਓ। ਮੈਂ ਆਪਣੇ ਕਮਰੇ ਵਿੱਚ ਜਾ ਕੇ ਕੰਬਲ ਲਿਆ ਕੇ ਆਪਣੇ ਸਹੁਰੇ ਨੂੰ ਵਾਪਸ ਦੇ ਦਿੱਤਾ। ਉਸ ਕੰਬਲ ਨੂੰ ਥੈਲੇ ਵਿੱਚ ਪਾ ਕੇ ਵਾਪਸ ਚਲਾ ਗਿਆ ਅਤੇ ਕਹਿਣ ਲੱਗਾ, ਨੋ, ਮੈਨੂੰ ਬਹੁਤ ਕੰਮ ਹੈ, ਤੁਸੀਂ ਆਪਣਾ ਧਿਆਨ ਰੱਖਿਓ। ਮੈਨੂੰ ਨਹੀਂ ਪਤਾ ਕੀ ਹੋ ਰਿਹਾ ਸੀ। ਕਦੇ ਉਹ ਮੈਨੂੰ ਕੰਬਲ ਦਿੰਦੇ ਹਨ ਅਤੇ ਕਦੇ ਉਹ ਮੇਰੇ ਤੋਂ ਵਾਪਸ ਲੈ ਲੈਂਦੇ ਹਨ। ਪਤਾ ਨਹੀਂ ਮੇਰਾ ਸਹੁਰਾ ਕੀ ਕਰ ਰਿਹਾ ਹੈ। ਬੁੱਢੇ ਲੋਕਾਂ ਦੀਆਂ ਹਰਕਤਾਂ ਵੀ ਬਹੁਤ ਅਜੀਬ ਹੁੰਦੀਆਂ ਹਨ ਅਤੇ ਉਹ ਆਸਾਨੀ ਨਾਲ ਲੋਕਾਂ ਦੀ ਗੱਲਬਾਤ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਜੇ ਕੰਬਲ ਲੈ ਹੀ ਲਿਆ ਸੀ ਤਾਂ ਚੁੱਪਚਾਪ ਰੱਖ ਲੈਂਦੇ। 1500 ਨਾਲ ਕੀ ਫਰਕ ਪੈਂਦਾ ਹੈ? ਅੱਜ ਕੱਲ੍ਹ ਤਾਂ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਹਰ ਚੀਜ਼ ਮਹਿੰਗੀ ਹੋਣ ਲੱਗੀ ਹੈ, ਪਰ ਇਹ ਗੱਲ ਮੇਰੇ ਸਹੁਰੇ ਨੂੰ ਕੌਣ ਸਮਝਾਵੇ। ਮੇਰੀ ਤਾਂ ਸਾਰਾ ਦਿਨ ਤਬੀਅਤ ਖਰਾਬ ਹੀ ਰਹੀ ਅਤੇ ਮੈਂ ਮਨ ਹੀ ਮਨ ਵਿੱਚ ਖੁਸ਼ੀ ਮਹਿਸੂਸ ਕਰ ਰਹੀ ਸੀ ਕਿ ਮੈਂ ਮਾਂ ਬਣਨ ਜਾ ਰਹੀ ਹਾਂ, ਕਿਉਂਕਿ ਇਸ ਤਰ੍ਹਾਂ ਮੈਨੂੰ ਯਕੀਨ ਹੋ ਜਾਵੇਗਾ ਕਿ ਮੇਰਾ ਪਤੀ ਦੀ ਕੋਈ ਨਾ ਕੋਈ ਨਿਸ਼ਾਨੀ ਮੇਰੇ ਕੋਲ ਹੈ, ਜਿਸ ਦੀ ਮਦਦ ਨਾਲ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਜੀ ਸਕਾਂਗੀ। ਮੈਂ ਫੈਸਲਾ ਕਰ ਲਿਆ ਸੀ ਕਿ ਜੇ ਮੇਰਾ ਪੁੱਤਰ ਪੈਦਾ ਹੋਇਆ ਤਾਂ ਮੈਂ ਉਸ ਦਾ ਨਾਂ ਆਪਣੇ ਪਤੀ ਦੇ ਨਾਮ ਤੇ ਰੱਖਾਂਗੀ ਅਤੇ ਇਸੇ ਤਰ੍ਹਾਂ ਮੇਰੇ ਜੀਵਨ ਵਿੱਚ ਮੇਰੇ ਪਤੀ ਦੀ ਕੋਈ ਕਮੀ ਮਹਿਸੂਸ ਨਹੀਂ ਹੋਵੇਗੀ। ਕੋਈ ਅਜਿਹਾ ਹੋਣਾ ਚਾਹੀਦਾ ਹੈ ਜੋ ਮੇਰਾ ਆਪਣਾ ਹੋਵੇਗਾ ਅਤੇ ਜਿਸ ਨੂੰ ਮੈਂ ਆਪਣਾ ਕਹਿ ਸਕਦੀ ਹਾਂ, ਨਹੀਂ ਤਾਂ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਸੀ। ਇੱਕ ਪਤੀ ਹੀ ਸੀ ਜੋ ਮੈਨੂੰ ਇਸ ਦੁਨੀਆ ਤੋਂ ਇੰਨੀ ਜਲਦੀ ਛੱਡ ਗਿਆ। ਮੇਰੇ ਸਹੁਰੇ ਨੇ ਅਜਿਹਾ ਕਰਨ ਦਾ ਨੇਮ ਬਣਾ ਲਿਆ ਸੀ। ਉਹ ਹਰ ਰੋਜ਼ ਕੰਮ ਤੋਂ ਵਾਪਸ ਆ ਕੇ ਮੈਨੂੰ ਇੱਕ ਕੰਬਲ ਦਿੰਦਾ ਸੀ ਅਤੇ ਸਵੇਰੇ ਮੇਰੇ ਕੋਲੋਂ ਵਾਪਸ ਲੈ ਲੈਂਦਾ ਸੀ ਅਤੇ ਰਾਤ ਨੂੰ ਮੈਂ ਇੰਨੀ ਚੰਗੀ ਤਰ੍ਹਾਂ ਸੌਂਦੀ ਸੀ ਕਿ ਇਹ ਮੈਨੂੰ ਆਪਣਾ ਮਹਿਸੂਸ ਹੁੰਦਾ ਸੀ। ਮੈਨੂੰ ਹੋਸ਼ ਹੀ ਨਹੀਂ ਰਹਿੰਦਾ ਸੀ। ਮੈਂ ਸੁਣਿਆ ਸੀ ਕਿ ਜਦੋਂ ਕੋਈ ਔਰਤ ਮਾਂ ਬਣਨ ਵਾਲੀ ਹੁੰਦੀ ਹੈ ਤਾਂ ਉਸ ਨੂੰ ਬਹੁਤ ਥਕਾਵਟ ਅਤੇ ਨੀਂਦ ਆਉਣ ਲੱਗਦੀ ਹੈ, ਜਿਸ ਕਾਰਨ ਉਸ ਦੀ ਸਿਹਤ ਵੀ ਖਰਾਬ ਰਹਿੰਦੀ ਹੈ। ਇਸੇ ਲਈ ਮੇਰਾ ਮਨ ਇਹਨਾਂ ਗੱਲਾਂ ਵੱਲ ਲੱਗਾ ਹੋਇਆ ਸੀ
2-3 ਦਿਨਾਂ ਬਾਅਦ ਮੇਰੀ ਇਹ ਉਮੀਦ ਵੀ ਖਤਮ ਹੋ ਗਈ ਅਤੇ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ। ਮੈਂ ਗਰਭਵਤੀ ਨਹੀਂ ਸੀ, ਮੇਰੇ ਪਤੀ ਦੀ ਕੋਈ ਨਿਸ਼ਾਨੀ ਵੀ ਮੇਰੇ ਕੋਲ ਨਹੀਂ ਸੀ। ਮੈਂ ਬਹੁਤ ਦੁਖੀ ਸੀ ਅਤੇ ਫੁੱਟ-ਫੁੱਟ ਕੇ ਰੋ ਰਹੀ ਸੀ। ਇਹ ਗੱਲ ਮੈਂ ਆਪਣੇ ਸਹੁਰੇ ਨੂੰ ਵੀ ਖੁੱਲ੍ਹ ਕੇ ਨਹੀਂ ਦੱਸ ਸਕਦੀ ਸੀ। ਜਦੋਂ ਮੇਰੇ ਸਹੁਰੇ ਨੇ ਮੈਨੂੰ ਰੋਂਦੇ ਦੇਖਿਆ ਤਾਂ ਪੁੱਛਿਆ ਕਿ ਕਿਉਂ ਰੋ ਰਹੇ ਹੋ, ਤਾਂ ਮੈਂ ਕਿਹਾ ਕੁਝ ਨਹੀਂ, ਮੈਨੂੰ ਤਾਂ ਆਪਣੇ ਮਾਤਾ ਪਿਤਾ ਦੀ ਯਾਦ ਆ ਰਹੀ ਹੈ। ਪਰ ਹੁਣ ਮੈਂ ਸੋਚਣ ਲੱਗੀ ਕਿ ਜੇ ਮੈਂ ਮਾਂ ਨਹੀਂ ਬਣਨ ਵਾਲੀ ਸੀ ਤਾਂ ਮੈਂ ਇੰਨੀ ਸੌਂਦੀ ਕਿਉਂ ਸੀ ਅਤੇ ਮੇਰੀ ਸਿਹਤ ਇੰਨੀ ਖਰਾਬ ਕਿਉਂ ਹੋ ਜਾਂਦੀ ਸੀ, ਕਿਉਂਕਿ ਮੈਂ ਸੋਚ ਰਹੀ ਸੀ ਕਿ ਇਹ ਸਭ ਇਸ ਕਰਕੇ ਹੋ ਰਿਹਾ ਸੀ। ਪਤਾ ਨਹੀਂ ਫਿਰ ਮੇਰੀ ਸਿਹਤ ਇੰਨੀ ਖਰਾਬ ਕਿਉਂ ਹੋਣ ਲੱਗੀ ਸੀ। ਘਰ ਵਿੱਚ ਕੋਈ ਔਰਤ ਵੀ ਨਹੀਂ ਸੀ ਜਿਸ ਨੂੰ ਮੈਂ ਆਪਣੇ ਨਾਲ ਡਾਕਟਰ ਕੋਲ ਲੈ ਜਾਂਦੀ। ਜੇ ਮੈਂ ਇਹ ਗੱਲ ਆਪਣੇ ਸਹੁਰੇ ਨੂੰ ਦੱਸਦੀ ਤਾਂ ਇਹ ਬਹੁਤ ਅਜੀਬ ਲੱਗਦਾ ਅਤੇ ਜੇ ਮੈਂ ਆਪਣੇ ਚਾਚੇ ਨੂੰ ਇਹ ਦੱਸਦੀ ਤਾਂ ਉਹ ਵੀ ਕੀ ਸੋਚਦਾ। ਕਾਸ਼ ਮੇਰਾ ਪਤੀ ਜਿਉਂਦਾ ਹੁੰਦਾ ਤਾਂ ਮੈਂ ਉਸ ਦੇ ਨਾਲ ਡਾਕਟਰ ਕੋਲ ਜਾਂਦੀ ਅਤੇ ਉਸ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਦੱਸ ਸਕਦੀ। ਪਰ ਫਿਰ ਮੈਨੂੰ ਹੋਰ ਸਮੱਸਿਆ ਹੋਣ ਲੱਗੀਆਂ। ਇਸ ਲਈ ਮੈਂ ਰਾਤ ਨੂੰ ਬਹੁਤ ਗਹਿਰੀ ਨੀਂਦ ਸੌਂਦੀ ਸੀ। ਮੈਨੂੰ ਇਹ ਵੀ ਪਤਾ ਨਹੀਂ ਲੱਗਦਾ ਸੀ ਕਿ ਮੈਂ ਕਦੋਂ ਸੌਂਦੀ ਅਤੇ ਕਦੋਂ ਜਾਗਦੀ। ਸਵੇਰੇ 10 ਵਜੇ ਤੋਂ ਪਹਿਲਾਂ ਮੇਰੀ ਅੱਖ ਨਾ ਖੁੱਲ੍ਹਦੀ ਅਤੇ ਇੱਕ ਦਿਨ ਇੱਕ ਗੱਲ ਮੇਰੇ ਧਿਆਨ ਵਿੱਚ ਆਈ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਮੇਰਾ ਸਹੁਰਾ ਆਪ ਹੀ ਆਪਣੇ ਹੱਥਾਂ ਨਾਲ ਇੰਨਾ ਭਾਰੀ ਕੰਬਲ ਧੋ ਰਿਹਾ ਸੀ। ਮੈਂ ਹੈਰਾਨ ਸੀ ਕਿ ਉਹ ਇਹ ਕੰਬਲ ਕਿਉਂ ਧੋ ਰਿਹਾ ਸੀ। ਕੀ ਉਹ ਸੋਚਦੇ ਹਨ ਕਿ ਮੈਂ ਕੰਬਲ ਨੂੰ ਗੰਦਾ ਕਰ ਦਿੱਤਾ, ਅਤੇ ਜੇ ਉਹ ਮਹਿਸੂਸ ਕਰਦਾ ਕਿ ਕੰਬਲ ਗੰਦਾ ਸੀ ਤਾਂ ਉਹ ਮੈਨੂੰ ਦੱਸਦਾ ਅਤੇ ਮੈਂ ਇਸ ਨੂੰ ਧੋ ਦਿੰਦੀ। ਪਰ ਇਹ ਕੰਬਲ ਮੇਰੇ ਕਮਰੇ ਵਿੱਚ ਰੱਖਿਆ ਹੋਇਆ ਸੀ ਤੇ ਉਹ ਮੇਰੀ ਆਗਿਆ ਤੋਂ ਬਿਨਾਂ ਮੇਰੇ ਕਮਰੇ ਵਿੱਚ ਗਿਆ ਅਤੇ ਇਹ ਕੰਬਲ ਲੈ ਆਇਆ। ਮੈਨੂੰ ਲੱਗਾ ਕਿ ਮੇਰਾ ਸਹੁਰਾ ਪੁੱਤਰ ਦੀ ਮੌਤ ਤੋਂ ਬਾਅਦ ਪਾਗਲ ਹੋ ਗਿਆ ਹੈ। ਉਹ ਬਹੁਤ ਅਜੀਬ ਕੰਮ ਕਰਦਾ ਸੀ ਅਤੇ ਹਰ ਦੂਜੇ ਜਾਂ ਤੀਜੇ ਦਿਨ ਕੰਬਲ ਨੂੰ ਧੋ ਦਿੰਦਾ ਸੀ। ਕੌਣ ਇੱਕ ਕੰਬਲ ਨੂੰ ਵਾਰ-ਵਾਰ ਧੋਂਦਾ ਹੈ? ਰਾਤ ਨੂੰ ਕਹਿੰਦੇ ਕਿ ਵਰਤੋਂ ਲਈ ਲੈ ਜਾਓ ਅਤੇ ਸਵੇਰੇ ਕਹਿੰਦੇ ਕਿ ਵਾਪਸ ਦੇ ਦਿਓ। ਕੋਈ ਵੀ ਸਧਾਰਨ ਵਿਅਕਤੀ ਅਜਿਹੀਆਂ ਗੱਲਾਂ ਨਹੀਂ ਕਰਦਾ। ਪਰ ਮੈਂ ਵੀ ਆਪਣੇ ਸਹੁਰੇ ਨੂੰ ਸਵਾਲ ਨਹੀਂ ਕੀਤਾ, ਕਿਉਂਕਿ ਮੇਰੇ ਸਹੁਰੇ ਦਾ ਮੇਰੇ ਨਾਲੋਂ ਜ਼ਿਆਦਾ ਨੁਕਸਾਨ ਹੋਇਆ ਸੀ। ਉਹ ਆਪਣਾ ਜਵਾਨ ਪੁੱਤਰ ਬੁਢਾਪੇ ਵਿੱਚ ਗਵਾ ਚੁੱਕਾ ਸੀ ਅਤੇ ਮੇਰੇ ਪਤੀ ਦੀ ਮ੍ਰਿਤਕ ਦੇਹ ਵੀ ਨਹੀਂ ਮਿਲੀ। ਹੋਟਲ ਦੇ ਸਟਾਫ ਨੇ ਸਿਰਫ ਇੰਨਾ ਹੀ ਦੱਸਿਆ ਸੀ ਕਿ ਉਹ ਇਸ ਦੁਨੀਆ ਤੋਂ ਚਲਾ ਗਿਆ ਹੈ। ਇੱਕ ਸਿਲੰਡਰ ਦੇ ਧਮਾਕੇ ਕਾਰਨ ਉਸ ਦੀ ਮੌਤ ਹੋ ਗਈ, ਕਿਉਂਕਿ ਉੱਥੇ ਹੋਰ ਵੀ ਕਈ ਲੋਕ ਖਾਣਾ ਬਣਾ ਰਹੇ ਸਨ ਅਤੇ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ। ਮੇਰੇ ਸਹੁਰੇ ਨੇ ਆਪਣੇ ਪੁੱਤਰ ਨੂੰ ਆਖਰੀ ਵਾਰ ਦਿਲੋਂ ਨਹੀਂ ਦੇਖਿਆ ਸੀ ਅਤੇ ਨਾ ਹੀ ਮੈਂ। ਸ਼ਾਇਦ ਇਸੇ ਲਈ ਸਾਡੇ ਅੰਦਰ ਇੰਨੀ ਉਦਾਸੀ ਭਰੀ ਹੋਈ ਸੀ ਅਤੇ ਇਸ ਲਈ ਇਸ ਉਦਾਸੀ ਤੋਂ ਛੁਟਕਾਰਾ ਪਾਉਣ ਲਈ ਉਹ ਅਜੀਬ ਗੱਲਾਂ ਕਰ ਰਹੇ ਸਨ। ਇਸ ਲਈ ਮੈਂ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਮੇਰੀ ਸਿਹਤ ਵੀ ਵਿਗੜਨ ਲੱਗੀ। ਮੈਂ ਆਪਣੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਸੀ, ਇੰਨੀ ਚਿੰਤਤ ਕਿ ਹੁਣ ਮੈਂ ਘਰ ਦਾ ਕੋਈ ਕੰਮ ਵੀ ਨਹੀਂ ਕਰ ਸਕਦੀ ਸੀ। ਫਿਰ ਇੱਕ ਦਿਨ ਮੇਰਾ ਸਹੁਰਾ ਘਰ ਮੌਜੂਦ ਨਹੀਂ ਸੀ ਤਾਂ ਕਮਲਾ ਆਂਟੀ, ਜੋ ਸਾਡੇ ਗੁਆਂਢ ਵਿੱਚ ਰਹਿੰਦੀ ਸੀ, ਸਾਡੇ ਘਰ ਆ ਗਈ। ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ। ਉਸਨੇ ਕਿਹਾ ਕਿ ਤੁਹਾਡੀ ਸਿਹਤ ਖਰਾਬ ਲੱਗ ਰਹੀ ਹੈ, ਇਸ ਤਰ੍ਹਾਂ ਥੋੜਾ ਹੁੰਦਾ ਹੈ। ਜੇਕਰ ਘਰ ਵਿੱਚ ਕੋਈ ਔਰਤ ਨਹੀਂ ਹੈ ਅਤੇ ਸਿਰਫ ਤੇਰਾ ਸਹੁਰਾ ਹੀ ਹੈ ਤਾਂ ਜੇਕਰ ਤੁਸੀਂ ਉਸ ਨੂੰ ਆਪਣੀਆਂ ਮੁਸ਼ਕਲਾਂ ਨਹੀਂ ਦੱਸੋਗੇ ਤਾਂ ਤੁਸੀਂ ਕਿਸ ਨੂੰ ਦੱਸੋਗੇ? ਇਸ ਵਿੱਚ ਸ਼ਰਮਿੰਦਾ ਹੋਣ ਵਾਲੀ ਕੋਈ ਗੱਲ ਨਹੀਂ ਹੈ। ਤੁਸੀਂ ਇੱਕ ਦਿਨ ਸ਼ਰਮ ਨਾਲ ਹੀ ਮਰ ਜਾਓਗੇ। ਚੱਲ, ਮੈਂ ਤੈਨੂੰ ਆਪਣੇ ਨਾਲ ਡਾਕਟਰ ਕੋਲ ਲੈ ਕੇ ਜਾਵਾਂਗੀ। ਉਹ ਮੈਨੂੰ ਆਪਣੇ ਨਾਲ ਹਸਪਤਾਲ ਲੈ ਗਏ। ਡਾਕਟਰ ਨੇ ਮੇਰੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਕਿਹਾ ਕਿ ਤੁਸੀਂ ਮਾਂ ਬਣਨ ਜਾ ਰਹੇ ਹੋ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਕਿਹਾ, ਡਾਕਟਰ ਸਾਹਿਬ, ਇਹ ਕਿਵੇਂ ਹੋ ਸਕਦਾ ਹੈ? ਮੇਰਾ ਪਤੀ ਇਸ ਦੁਨੀਆ ਵਿੱਚ ਨਹੀਂ ਹੈ। ਡਾਕਟਰ ਨੇ ਮੈਨੂੰ ਮੇਰੀ ਡੇਟ ਬਾਰੇ ਪੁੱਛਿਆ। ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਸੋਚਦੀ ਸੀ ਕਿ ਮੈਂ ਮਾਂ ਬਣਨ ਜਾ ਰਹੀ ਹਾਂ, ਪਰ ਉਸ ਗੱਲ ਨੂੰ ਵੀ 1 ਮਹੀਨਾ ਬੀਤ ਗਿਆ ਹੈ ਅਤੇ ਮੇਰੇ ਪਤੀ ਨੂੰ ਇਸ ਸੰਸਾਰ ਤੋਂ ਚਲੇ ਗਏ ਨੂੰ ਬਹੁਤ ਸਮਾਂ ਹੋ ਗਿਆ ਹੈ। ਪਰ ਡਾਕਟਰ ਨੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਾਂਚ ਕਰਨ ਤੋਂ ਬਾਅਦ ਵੀ ਕੁਝ ਨਹੀਂ ਮਿਲਦਾ, ਪਰ ਡਾਕਟਰ ਦੀ ਰਿਪੋਰਟ ਨਾਲ ਜਾਂਚ ਕਰਨ ਤੋਂ ਬਾਅਦ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ ਅਤੇ ਅਜਿਹਾ ਹੀ ਹੁੰਦਾ ਹੈ ਕਿ ਔਰਤ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਮਾਂ ਬਣ ਜਾ ਰਹੀ ਹੈ। ਮੈਂ ਡਾਕਟਰ ਦੀ ਗੱਲ ਨਹੀਂ ਸਮਝ ਸਕੀ ਸੀ। ਫਿਰ ਡਾਕਟਰ ਨੇ ਮੈਨੂੰ ਕਿਹਾ ਕਿ ਦੇਖ ਲਓ, ਤੁਹਾਡਾ ਕਿਸੇ ਨਾਲ ਕੋਈ ਸੰਬੰਧ ਤਾਂ ਨਹੀਂ ਹੈ। ਮੈਂ ਕਿਹਾ, ਡਾਕਟਰ ਸਾਹਿਬ, ਰੱਬ ਦਾ ਵਾਸਤਾ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ। ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਹੁਣ ਵੀ ਕਰਦੀ ਹਾਂ। ਇਸ ਲਈ ਮੈਂ ਉਸ ਦੇ ਘਰ ਉਸ ਦੀ ਵਿਧਵਾ ਬਣ ਕੇ ਆਪਣਾ ਜੀਵਨ ਬਤੀਤ ਕਰ ਰਹੀ ਹਾਂ ਅਤੇ ਮੈਂ ਡਾਕਟਰ ਨੂੰ ਕਿਹਾ ਕਿ ਸਾਡੇ ਘਰ ਮੇਰੇ ਬੁੱਢੇ ਸਹੁਰੇ ਤੋਂ ਇਲਾਵਾ ਕੋਈ ਨਹੀਂ ਰਹਿੰਦਾ ਅਤੇ ਮੈਂ ਕਿਸੇ ਦੇ ਘਰ ਵੀ ਨਹੀਂ ਜਾਂਦੀ। ਮੈਂ ਸਾਰਾ ਦਿਨ ਘਰ ਵਿੱਚ ਬਿਤਾਉਂਦੀ ਹਾਂ। ਡਾਕਟਰ ਨੇ ਕਿਹਾ, ਠੀਕ ਹੈ, ਬੁਰਾ ਨਾ ਮੰਨਿਓ, ਪਰ ਅਜੇ ਵਿੱਚ ਤੁਹਾਨੂੰ ਅਜੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਪਰ ਤੁਸੀਂ ਮਾਂ ਬਣ ਜਾ ਰਹੇ ਹੋ, ਇਹ ਗੱਲ ਪੱਕੀ ਹੈ। ਹੁਣ ਮੈਨੂੰ ਨਹੀਂ ਪਤਾ ਸੀ
ਕਿ ਤੁਸੀਂ ਮੇਰੇ ਨਾਲ ਝੂਠ ਬੋਲ ਰਹੇ ਹੋ, ਤੁਸੀਂ ਸੱਚ ਕਹਿ ਰਹੇ ਹੋ, ਜਾਂ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੀ ਤਰੀਕ ਭੁੱਲ ਗਏ ਹੋ। ਮੈਂ ਫਿਰ ਹਿਸਾਬ ਲਗਾਉਣਾ ਲੱਗੀ, ਪਰ ਮੇਰੇ ਹਿਸਾਬ ਨਾਲ ਇਹ ਬੱਚਾ ਮੇਰੇ ਪਤੀ ਦਾ ਨਹੀਂ ਸੀ। ਮੈਂ ਡਾਕਟਰ ਕੋਲ ਝੂਠ ਬੋਲਿਆ ਤਾਂ ਕਿ ਮੇਰੀ ਬਦਨਾਮੀ ਨਾ ਹੋਵੇ, ਕਿਉਂਕਿ ਇਸੇ ਇਲਾਕੇ ਦੀ ਇੱਕ ਔਰਤ ਵੀ ਮੇਰੇ ਨਾਲ ਆਈ ਸੀ ਅਤੇ ਉਸ ਨੇ ਦੱਸਿਆ ਕਿ ਮੈਂ ਹਮੇਸ਼ਾ ਇਸ ਡਾਕਟਰ ਕੋਲ ਹੀ ਆਉਂਦੀ ਹਾਂ। ਮੇਰੇ ਡਾਕਟਰ ਨਾਲ ਗੱਲ ਕਰਦੇ ਹੋਏ ਉਹ ਔਰਤ ਉਸਦੇ ਕੈਬਨ ਦੇ ਬਾਹਰ ਬੈਠੀ ਸੀ, ਪਰ ਜੇ ਉਹ ਕੱਲ ਨੂੰ ਮੇਰੇ ਬਾਰੇ ਪੁੱਛਦੀ ਤਾਂ ਬਹੁਤ ਵੱਡਾ ਹੰਗਾਮਾ ਹੋ ਜਾਣਾ ਸੀ। ਮੈਂ ਕਿਹਾ, ਤੁਸੀਂ ਠੀਕ ਹੋ ਡਾਕਟਰ ਸਾਹਿਬ, ਮੈਂ ਆਪਣੀ ਤਰੀਕ ਭੁੱਲ ਗਈ ਹਾਂ, ਮੈਂ ਗਲਤੀ ਕੀਤੀ ਹੈ। ਡਾਕਟਰ ਨੇ ਮੈਨੂੰ ਦਵਾਈ ਲਿਖ ਕੇ ਦਿੱਤੀ ਅਤੇ ਕਿਹਾ ਕਿ ਤੁਹਾਡੀ ਸਿਹਤ ਬਹੁਤ ਖਰਾਬ ਹੈ, ਤੁਹਾਨੂੰ ਆਪਣਾ ਬਹੁਤ ਖਿਆਲ ਰੱਖਣਾ ਪਵੇਗਾ। ਪਰ ਮੈਂ ਹੈਰਾਨ ਸੀ ਕਿ ਇਹ ਕਿਸ ਦਾ ਬੱਚਾ ਸੀ ਅਤੇ ਮੇਰੇ ਨਾਲ ਕੀ ਹੋ ਰਿਹਾ ਸੀ। ਜਦੋਂ ਤੋਂ ਮੇਰਾ ਪਤੀ ਇਸ ਸੰਸਾਰ ਨੂੰ ਛੱਡ ਕੇ ਗਿਆ ਹੈ, ਮੇਰੇ ਨਾਲ ਸਿਰਫ ਇੱਕ ਗੱਲ ਬਹੁਤ ਹੀ ਅਜੀਬ ਹੋ ਰਹੀ ਸੀ, ਜੋ ਮੇਰੇ ਸਹੁਰੇ ਨਾਲ ਸੰਬੰਧਿਤ ਸੀ, ਅਤੇ ਉਹ ਸੀ ਕੰਬਲ ਵਾਲੀ ਗੱਲ। ਅਤੇ ਦੂਜੀ ਗੱਲ ਇਹ ਸੀ ਕਿ ਮੈਂ ਰਾਤ ਨੂੰ ਬਹੁਤ ਗੂੜੀ ਨੀਂਦ ਸੌਂਦੀ ਸੀ। ਮੈਨੂੰ ਬਹੁਤ ਚਿੰਤਾ ਹੋਣ ਲੱਗੀ, ਮੇਰਾ ਮਨ ਬਹੁਤ ਸਾਰੇ ਦੁੱਖਾਂ ਨਾਲ ਭਰਿਆ ਹੋਇਆ ਸੀ। ਫਿਰ ਮੈਂ ਇੰਨੀ ਸ਼ਾਂਤੀ ਨਾਲ ਕਿਵੇਂ ਸੌਂ ਸਕਦੀ ਸੀ? ਜੇ ਕਿਸੇ ਵਿਅਕਤੀ ਨੂੰ ਥੋੜੀ ਜਿਹੀ ਵੀ ਟੈਨਸ਼ਨ ਹੁੰਦੀ ਹੈ ਤਾਂ ਉਹ ਰਾਤ ਨੂੰ ਸੌਣ ਤੋਂ ਅਸਮਰਥ ਹੁੰਦਾ ਹੈ, ਅਤੇ ਇੱਥੇ ਮੇਰੇ ਪਤੀ ਇਸ ਸੰਸਾਰ ਤੋਂ ਚਲੇ ਗਏ ਸਨ ਅਤੇ ਮੈਂ ਰਾਤ ਨੂੰ ਬਹੁਤ ਗਹਿਰੀ ਨੀਂਦ ਸੌਂਦੀ ਸੀ ਤੇ ਮੈਨੂੰ ਕਿਸੇ ਗੱਲ ਦਾ ਹੋਸ਼ ਹੀ ਨਹੀਂ ਸੀ। ਯਕੀਨੀ ਤੌਰ ਤੇ ਕੁਝ ਗਲਤ ਸੀ। ਹੁਣ ਮੈਂ ਇਸ ਬਾਰੇ ਪਤਾ ਲਗਾਉਣਾ ਸੀ ਅਤੇ ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਕੀ ਕਰਨਾ ਹੈ। ਜੋ ਵੀ ਕਰ ਰਹੀ ਸੀ ਮੈਂ ਉਹ ਕਰਨਾ ਬੰਦ ਕਰਨਾ ਸੀ। ਮਤਲਬ ਮੈਂ ਇੱਕ ਦਿਨ ਲਈ ਆਪਣਾ ਰੂਟੀਨ ਬਦਲਣਾ ਸੀ ਅਤੇ ਮੈਂ ਆਪਣੀ ਰੂਟੀਨ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ। ਮੈਂ ਖਾਣਾ ਨਹੀਂ ਖਾਧਾ ਸੀ। ਮੈਨੂੰ ਮੇਰੇ ਖਾਣੇ ਵਿੱਚ ਅਜਿਹਾ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਨਾਲ ਮੈਨੂੰ ਨੀਂਦ ਆਉਂਦੀ, ਅਤੇ ਮੈਂ ਇਹ ਸੋਚ ਕੇ ਹੈਰਾਨ ਰਹਿ ਗਈ ਕਿ ਇਹ ਕੌਣ ਕਰ ਰਿਹਾ ਸੀ। ਰਾਤ ਨੂੰ ਮੇਰੇ ਸਹੁਰੇ ਨੇ ਫਿਰ ਉਹੀ ਕੰਬਲ ਮੈਨੂੰ ਵਾਪਸ ਕਰ ਦਿੱਤਾ। ਹੁਣ ਉਹ ਕੰਬਲ ਇੰਨਾ ਪੁਰਾਣਾ ਹੋ ਗਿਆ ਸੀ, ਫਿਰ ਵੀ ਮੇਰਾ ਸਹੁਰਾ ਇਸ ਨੂੰ ਥੈਲੇ ਵਿੱਚ ਪਾ ਕੇ ਲਿਆਉਂਦਾ ਸੀ ਜਿਵੇਂ ਇਹ ਅਜੇ ਵੀ ਨਵਾਂ ਹੋਵੇ। ਪਤਾ ਨਹੀਂ ਉਹ ਇਸ ਨੂੰ ਆਪਣੇ ਨਾਲ ਲੈ ਕੇ ਹੀ ਕਿਉਂ ਜਾਂਦਾ ਸੀ। ਅੱਜ ਜਦੋਂ ਮੇਰੇ ਸਹੁਰੇ ਨੇ ਮੈਨੂੰ ਕੰਬਲ ਦਿੱਤਾ ਤਾਂ ਮੈਂ ਪਿਆਰ ਨਾਲ ਉਸ ਕੋਲੋਂ ਲੈ ਲਿਆ ਅਤੇ ਕਿਹਾ ਕਿ ਠੀਕ ਹੈ, ਮੈਂ ਇਸ ਨੂੰ ਲੈ ਕੇ ਸੌਂ ਜਾਵਾਂਗੀ। ਅੱਜ ਮੈਂ ਉਸ ਕੰਬਲ ਦੀ ਬਜਾਏ ਇੱਕ ਹੋਰ ਕੰਬਲ ਨੂੰ ਲੈ ਕੇ ਸੌਣ ਲਈ ਲੇਟ ਗਈ, ਪਰ ਮੈਂ ਹੈਰਾਨ ਸੀ ਕਿ ਅੱਜ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੀ ਨੀਂਦ ਦਾ ਇਸ ਕੰਬਲ ਨਾਲ ਕੀ ਸੰਬੰਧ ਹੈ, ਮੇਰੇ ਨਾਲ ਕੀ ਹੋ ਰਿਹਾ ਸੀ। ਅੱਜ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆ ਰਹੀ ਸੀ। ਰਾਤ ਦੇ 1 ਵੱਜ ਚੁੱਕੇ ਸਨ ਅਤੇ ਵੈਸੇ ਵੀ ਮੈਂ ਲੇਟਦਿਆਂ ਹੀ ਸੌਂ ਜਾਂਦੀ ਸੀ। ਬਾਹਰ ਪੂਰਾ ਸਨਾਟਾ ਛਾਇਆ ਹੋਇਆ ਸੀ। ਥੋੜੀ ਦੇਰ ਬਾਅਦ ਕੋਈ ਆਵਾਜ਼ ਆਈ। ਮੈਂ ਸੋਚਿਆ ਕਿ ਸ਼ਾਇਦ ਇਹ ਮੇਰਾ ਸਹੁਰਾ ਹੈ ਜੋ ਪਾਣੀ ਪੀਣ ਲਈ ਉੱਠਿਆ ਹੋਵੇਗਾ ਜਾਂ ਉਹ ਬਾਥਰੂਮ ਜਾਣ ਲਈ ਉੱਠਿਆ ਹੋਵੇਗਾ, ਪਰ ਕੋਈ ਮੇਰੇ ਕਮਰੇ ਵੱਲ ਵੱਧ ਰਿਹਾ ਸੀ। ਮੈਨੂੰ ਅਜਿਹਾ ਮਹਿਸੂਸ ਹੋਣ ਲੱਗਾ ਜਿਵੇਂ ਕੋਈ ਮੇਰੇ ਕਮਰੇ ਦੇ ਅੰਦਰ ਆ ਰਿਹਾ ਹੋਵੇ। ਮੇਰੇ ਕਮਰੇ ਦੀ ਲਾਈਟ ਬੰਦ ਸੀ ਅਤੇ ਕਮਰੇ ਵਿੱਚ ਹਨੇਰਾ ਸੀ, ਅਤੇ ਮੈਂ ਆਪਣੇ ਆਪ ਨੂੰ ਕਾਬੂ ਕੀਤਾ ਅਤੇ ਇਸ ਤਰ੍ਹਾਂ ਲੇਟੀ ਰਹੀ ਜਿਵੇਂ ਮੈਂ ਸੌਂ ਰਹੀ ਹੋਵਾਂ, ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਇਹ ਕੌਣ ਹੈ। ਖੈਰ, ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਆਖਰਕਾਰ ਇਹ ਕੌਣ ਸੀ ਅਤੇ ਮੇਰੇ ਕਮਰੇ ਵਿੱਚ ਉਸ ਦਾ ਕੀ ਕੰਮ ਸੀ? ਪਰ ਕੁਝ ਦੇਰ ਬਾਅਦ ਉਹ ਬੰਦਾ ਆ ਕੇ ਮੇਰੇ ਕੋਲ ਲੇਟ ਗਿਆ, ਅਤੇ ਜਦੋਂ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਚੀਕਣਾ ਸ਼ੁਰੂ ਕਰ ਦਿੱਤਾ, ਅਤੇ ਜਿਵੇਂ ਹੀ ਮੈਂ ਕਮਰੇ ਦੀ ਲਾਈਟ ਔਨ ਕੀਤੀ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਇਹ ਕੋਈ ਹੋਰ ਨਹੀਂ ਬਲਕਿ ਮੇਰਾ ਸਹੁਰਾ ਸੀ। ਉਸਨੇ ਕੰਬਲ ਵੱਲ ਦੇਖਿਆ ਅਤੇ ਪੁੱਛਿਆ, ਤੁਸੀਂ ਅੱਜ ਮੇਰੇ ਵੱਲੋਂ ਦਿੱਤਾ ਕੰਬਲ ਕਿਉਂ ਨਹੀਂ ਲਿਆ? ਮੈਂ ਹੈਰਾਨ ਸੀ ਕਿ ਮੇਰਾ ਸਹੁਰਾ ਕਿਵੇਂ ਗੱਲਾਂ ਕਰ ਰਿਹਾ ਸੀ। ਮੈਂ ਨਾਲ ਚੀਕਾਂ ਮਾਰਨ ਲੱਗ ਪਈ। ਉਹ ਕਹਿਣ ਲੱਗਾ, ਪਾਗਲ ਔਰਤ ਰੌਲਾ ਕਿਉਂ ਪਾ ਰਹੀ ਹੈ? ਮੈਂ ਪੂਰੀ ਤਰ੍ਹਾਂ ਘਬਰਾਈ ਹੋਈ ਸੀ। ਮੈਂ ਕਿਹਾ, ਬਾਬੂ ਜੀ ਤੁਸੀਂ ਕੀ ਕਰ ਰਹੇ ਹੋ? ਤਾਂ ਮੇਰਾ ਸਹੁਰਾ ਡਰ ਗਿਆ। ਮੈਂ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਮੇਰੇ ਆਲੇ ਦੁਆਲੇ ਦੇ ਲੋਕਾਂ ਨੇ ਵੀ ਮੇਰੀ ਆਵਾਜ਼ ਸੁਣ ਕੇ ਸਾਡੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਸੀ। ਬਾਹਰੋਂ ਆਵਾਜ਼ਾਂ ਆ ਰਹੀਆਂ ਸਨ, ਅੰਦਰ ਕੀ ਹੋ ਰਿਹਾ ਹੈ? ਗੁਆਂਢੀਆਂ ਨੇ ਉੱਚੀ ਦਰਵਾਜ਼ਾ ਖੜਕਾਇਆ, ਅਤੇ ਜਦੋਂ ਮੈਂ ਰੌਲਾ ਪਾਇਆ ਤਾਂ ਉਹਨਾਂ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਇੱਕ ਔਰਤ ਅਤੇ ਇੱਕ ਆਦਮੀ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਘਰ ਦੇ ਅੰਦਰ ਆ ਗਏ। ਮੈਂ ਉਹਨਾਂ ਨੂੰ ਰੌਲਾ ਪਾ ਕੇ ਪੁਲਿਸ ਨੂੰ ਬੁਲਾਉਣ ਲਈ ਕਿਹਾ ਕਿ ਇਹ ਆਦਮੀ ਮੇਰੀ ਇੱਜ਼ਤ ਲੁੱਟ ਰਿਹਾ ਸੀ। ਇਹ ਸੁਣ ਕੇ ਉਹ ਹੈਰਾਨ ਰਹਿ ਗਏ। ਸਾਰਾ ਆਂਢ ਗੁਆਂਢ ਇਕੱਠਾ ਹੋ ਗਿਆ ਸੀ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪਿਆ ਕਿ ਔਰਤ ਦੀ ਇੱਜ਼ਤ ਬਚਾਉਣੀ ਹੈ ਜਾਂ ਨਹੀਂ। ਅਸਲ ਵਿੱਚ ਇਲਾਕੇ ਦੇ ਲੋਕ ਆਪ ਹੀ ਇੰਨੇ ਤਕੜੇ ਹੁੰਦੇ ਹਨ ਕਿ ਜੇਕਰ ਉਹਨਾਂ ਨੂੰ ਕੋਈ ਚੋਰ ਜਾਂ ਅਜਿਹਾ ਕੋਈ ਵਿਅਕਤੀ ਨਜ਼ਰ ਆਉਂਦਾ
ਹੈ ਤਾਂ ਉਹ ਉਸ ਨੂੰ ਕੁੱਟ-ਕੁੱਟ ਕੇ ਆਪਣਾ ਗੁੱਸਾ ਉਸ ਤੇ ਕੱਢਣਾ ਚਾਹੁੰਦੇ ਹਨ ਅਤੇ ਇਹੀ ਹੋਇਆ। ਇਹਨਾਂ ਬੰਦਿਆਂ ਨੇ ਮੇਰੇ ਸਹੁਰੇ ਨੂੰ ਫੜ ਲਿਆ ਸੀ। ਹਰ ਕੋਈ ਕਹਿ ਰਿਹਾ ਸੀ ਕਿ ਇਸ ਮੁਹੱਲੇ ਵਿੱਚ ਸਾਰੇ ਇੱਜ਼ਤਦਾਰ ਲੋਕ ਰਹਿੰਦੇ ਹਨ ਅਤੇ ਤੁਸੀਂ ਆਪਣੀ ਨੂੰਹ ਨਾਲ ਹੀ ਕੀ ਕਰ ਰਹੇ ਹੋ। ਇੱਥੇ ਮੈਂ ਇੱਕ ਔਰਤ ਨੂੰ ਸਭ ਕੁਝ ਦੱਸ ਦਿੱਤਾ ਕਿ ਮੈਂ ਮਾਂ ਬਣ ਜਾ ਰਹੀ ਹਾਂ ਅਤੇ ਮੈਨੂੰ ਨਹੀਂ ਪਤਾ ਕਿ ਇਹ ਕਿਸ ਦਾ ਬੱਚਾ ਹੈ। ਆਖਰ ਮੇਰੇ ਸਹੁਰੇ ਨੇ ਮੂੰਹ ਖੋਲ੍ਹਿਆ। ਉਸਨੇ ਦੱਸਿਆ ਕਿ ਉਹ ਇਸ ਕੰਬਲ ਤੇ ਨੀਂਦ ਦੀ ਦਵਾਈ ਛਿੜਕਦਾ ਸੀ। ਜਦੋਂ ਮੈਂ ਉਸ ਕੰਬਲ ਨੂੰ ਆਪਣੇ ਉੱਪਰ ਲੈਂਦੀ ਤਾਂ ਉਹ ਦਵਾਈ ਸਾਹ ਰਾਹੀਂ ਮੇਰੇ ਅੰਦਰ ਚਲੀ ਜਾਂਦੀ ਅਤੇ ਮੈਂ ਬੇਹੋਸ਼ ਹੋ ਜਾਂਦੀ ਅਤੇ ਉਸ ਤੋਂ ਬਾਅਦ ਉਹ ਮੇਰੀ ਇੱਜ਼ਤ ਨਾਲ ਖੇਡਦਾ ਸੀ। ਜਦੋਂ ਤੋਂ ਮੇਰਾ ਪਤੀ ਇਸ ਦੁਨੀਆ ਤੋਂ ਗਿਆ ਸੀ ਉਹ ਮੇਰੇ ਨਾਲ ਅਜਿਹਾ ਕਰ ਰਿਹਾ ਸੀ। ਉਸ ਦੇ ਪੁੱਤਰ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਉਹ ਮੇਰਾ ਫਾਇਦਾ ਉਠਾ ਰਿਹਾ ਸੀ ਅਤੇ ਇਹ ਬੱਚਾ ਵੀ ਮੇਰੇ ਸਹੁਰੇ ਦਾ ਹੀ ਸੀ। ਇਹ ਸੁਣ ਕੇ ਸਾਰੇ ਲੋਕਾਂ ਨੇ ਕੰਨ ਢੱਕ ਲਏ ਕਿ ਇਹ ਮੇਰਾ ਸਹੁਰਾ ਮੇਰੇ ਨਾਲ ਕਿਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰ ਰਿਹਾ ਸੀ। ਲੋਕ ਕਹਿ ਰਹੇ ਸਨ ਕਿ ਹਾਏ ਰੱਬਾ, ਇਹ ਕੀ ਸਮਾਂ ਆ ਗਿਆ ਹੈ। ਕੁਝ ਲੋਕ ਮੈਨੂੰ ਕਹਿਣ ਲੱਗੇ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਦੋਹਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ, ਪਰ ਮੈਂ ਹੰਗਾਮਾ ਮਚਾ ਦਿੱਤਾ ਅਤੇ ਆਪਣੇ ਚਾਚੇ ਨੂੰ ਵੀ ਬੁਲਾ ਲਿਆ। ਮੈਂ ਕਿਹਾ ਕਿ ਮੈਂ ਖੁਦਕੁਸ਼ੀ ਕਰ ਲਵਾਂਗੀ ਪਰ ਇਸ ਵਿਅਕਤੀ ਨਾਲ ਕਦੇ ਵਿਆਹ ਨਹੀਂ ਕਰਾਂਗੀ ਜੋ ਮੇਰੀ ਇੱਜ਼ਤ ਨਾਲ ਖਿਲਵਾੜ ਕਰ ਰਿਹਾ ਸੀ। ਮੈਂ ਉਸ ਨੂੰ ਆਪਣੇ ਪਿਤਾ ਵਾਂਗ ਸਮਝਦੀ ਸੀ। ਮੇਰੇ ਚਾਚੇ ਨੇ ਕਿਹਾ ਕਿ ਹੁਣ ਤੇਰੀ ਚਾਚੀ ਜੋ ਮਰਜ਼ੀ ਕਵੇ, ਭਾਵੇਂ ਸਾਰੀ ਦੁਨੀਆ ਮੇਰੇ ਵਿਰੁੱਧ ਹੋ ਜਾਵੇ, ਮੈਂ ਤੈਨੂੰ ਇੱਥੇ ਨਹੀਂ ਰਹਿਣਾ ਦਿਆਂਗਾ। ਆਖਰ ਮੈਂ ਤੇਰਾ ਵਿਆਹ ਇਸ ਘਰ ਵਿੱਚ ਇਹ ਦਿਨ ਵੇਖਣ ਲਈ ਨਹੀਂ ਕੀਤਾ ਸੀ। ਆਖਰ ਤੂੰ ਮੇਰੇ ਮਰੇ ਹੋਏ ਭਰਾ ਦੀ ਧੀ ਹੈ ਅਤੇ ਮੈਂ ਆਪਣੇ ਭਰਾ ਦੀ ਅੰਤਮ ਨਿਸ਼ਾਨੀ ਨਾਲ ਅਜਿਹਾ ਮਾੜਾ ਵਾਪਰਦਾ ਨਹੀਂ ਦੇਖ ਸਕਦਾ। ਮੈਂ ਆਪਣੇ ਚਾਚੇ ਨੂੰ ਜੱਫੀ ਪਾ ਕੇ ਬਹੁਤ ਰੋ ਰਹੀ ਸੀ ਅਤੇ ਉਹ ਮੈਨੂੰ ਦਿਲਾਸਾ ਦੇ ਰਿਹਾ ਸੀ। ਚਾਚਾ ਜੀ ਮੈਨੂੰ ਆਪਣੇ ਨਾਲ ਘਰ ਲੈ ਗਏ ਅਤੇ ਉਹ ਬੱਚਾ ਵੀ ਇਸ ਦੁਨੀਆ ਵਿੱਚ ਆ ਗਿਆ। ਉਹ ਇੱਕ ਕੁੜੀ ਸੀ। ਮੇਰੀ ਜ਼ਿੰਦਗੀ ਬਰਬਾਦ ਹੋ ਗਈ, ਸਭ ਕੁਝ ਖਤਮ ਹੋ ਗਿਆ। ਪਰ ਫਿਰ ਇੱਕ ਦਿਨ ਅਜਿਹਾ ਹੋਇਆ ਕਿ ਮੈਂ ਹੈਰਾਨ ਰਹਿ ਗਈ ਕਿਉਂਕਿ ਰੱਬ ਨੇ ਮੇਰੇ ਨਾਲ ਇਨਸਾਫ ਕੀਤਾ। ਮੇਰਾ ਪਤੀ ਵਾਪਸ ਆ ਗਿਆ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ। ਉਸਨੇ ਸੋਚਿਆ ਕਿ ਇਹ ਕੁੜੀ ਉਸ ਦੀ ਧੀ ਹੈ। ਕਾਫੀ ਦੇਰ ਤੱਕ ਅਸੀਂ ਦੋਵੇਂ ਪਤੀ ਪਤਨੀ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਂਦੇ ਰਹੇ। ਮੈਂ ਵੀ ਆਪਣੇ ਪਤੀ ਨੂੰ ਜੱਫੀ ਪਾ ਕੇ ਰੋ ਰਹੀ ਸੀ। ਅਸਲ ਵਿੱਚ ਮੇਰਾ ਪਤੀ ਮਰਿਆ ਨਹੀਂ ਸੀ, ਉਹ ਅਜੇ ਹਸਪਤਾਲ ਵਿੱਚ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਜਿਸ ਕਾਰਨ ਉਹ ਨਾ ਤਾਂ ਚੱਲ ਸਕਦਾ ਸੀ ਅਤੇ ਨਾ ਹੀ ਬੋਲ ਸਕਦਾ ਸੀ। ਕੋਈ ਨਹੀਂ ਜਾਣਦਾ ਸੀ ਕਿ ਉਹ ਕੌਣ ਸੀ, ਇਸੇ ਲਈ ਉਸ ਦੇ ਘਰਦਿਆਂ ਨੂੰ ਕਿਸੇ ਨੇ ਨਹੀਂ ਦੱਸਿਆ ਕਿ ਮੇਰਾ ਪਤੀ ਮਰਿਆ ਨਹੀਂ, ਸਗੋਂ ਬੇਹੋਸ਼ ਸੀ ਤੇ ਜਿੰਦਾ ਸੀ। ਮੇਰੇ ਪਤੀ ਪੂਰੇ ਸਾਲ ਬਾਅਦ ਘਰ ਵਾਪਸ ਆਏ। ਠੀਕ ਹੁੰਦੇ ਹੀ ਉਹ ਤੁਰੰਤ ਆਪਣੀ ਪਤਨੀ ਨੂੰ ਮਿਲਣ ਆ ਗਿਆ। ਮੈਂ ਆਪਣੇ ਪਤੀ ਨੂੰ ਉਸਦੇ ਪਿਤਾ ਬਾਰੇ ਸਭ ਕੁਝ ਦੱਸ ਦਿੱਤਾ। ਇਹ ਸੁਣ ਕੇ ਉਹ ਬਹੁਤ ਹੈਰਾਨ ਵੀ ਹੋਇਆ ਅਤੇ ਬਹੁਤ ਪਛਤਾਇਆ ਵੀ। ਮੇਰੇ ਪਤੀ ਨੇ ਕਿਹਾ ਕਿ ਮੈਂ ਹੁਣ ਕੀ ਕਰਾਂ, ਇਹ ਸਭ ਕੀ ਹੋ ਗਿਆ। ਮੈਂ ਕਿਹਾ ਕੁਝ ਨਾ ਕਰੋ, ਬਸ ਹੁਣ ਮੈਨੂੰ ਛੱਡ ਕੇ ਨਾ ਜਾਇਓ। ਉਸ ਨੇ ਕਿਹਾ ਕਿ ਅੱਜ ਤੋਂ ਮੇਰਾ ਆਪਣੇ ਪਿਤਾ ਨਾਲ ਕੋਈ ਸੰਬੰਧ ਨਹੀਂ ਹੈ, ਮੈਂ ਤੁਹਾਡੇ ਨਾਲ ਹਾਂ, ਚਿੰਤਾ ਨਾ ਕਰੋ। ਅਸੀਂ ਦੋਵੇਂ ਪਤੀ ਪਤਨੀ ਮਿਲ ਕੇ ਇਸ ਧੀ ਦਾ ਪਾਲਣ ਪੋਸ਼ਣ ਕਰਾਂਗੇ। ਅੱਜ ਵੀ ਮੈਂ ਮਹਿਸੂਸ ਕਰਦੀ ਹਾਂ ਕਿ ਜਾਂ ਤਾਂ ਇਹ ਇੱਕ ਬੁਰਾ ਸੁਪਨਾ ਸੀ ਜਿਸ ਵਿੱਚੋਂ ਮੈਂ ਗੁਜ਼ਰ ਰਹੀ ਸੀ, ਜਾਂ ਇਹ ਇੱਕ ਚੰਗਾ ਸੁਪਨਾ ਸੀ ਜੋ ਹੁਣ ਮੈਂ ਜੀ ਰਹੀ ਹਾਂ। ਉਹ ਇਹ ਹੈ ਕਿ ਮੇਰਾ ਪਤੀ ਵਾਪਸ ਆ ਗਿਆ ਹੈ। ਹੁਣ ਮੈਂ ਆਪਣੇ ਸੁਪਨੇ ਤੋਂ ਜਾਗਣਾ ਨਹੀਂ ਚਾਹੁੰਦੀ, ਮੈਂ ਆਪਣੇ ਪਤੀ ਨਾਲ ਹੀ ਰਹਿਣਾ ਚਾਹੁੰਦੀ ਹਾਂ। ਹੁਣ ਮੈਂ ਆਪਣੇ ਪਤੀ ਨੂੰ ਦੁਬਾਰਾ ਕਦੇ ਨਹੀਂ ਗਵਾਉਣਾ ਚਾਹੁੰਦੀ ਅਤੇ ਨਾ ਹੀ ਮੈਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਨਰਕ ਬਣਾਉਣਾ ਚਾਹੁੰਦੀ ਹਾਂ। ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਹਾਂ। ਮੇਰਾ ਪਤੀ ਮੈਨੂੰ ਉਸ ਸ਼ਹਿਰ ਤੋਂ ਦੂਰ ਕਿਸੇ ਹੋਰ ਸ਼ਹਿਰ ਲੈ ਗਿਆ। ਉੱਥੇ ਅਸੀਂ ਦੋਵੇਂ ਪਤੀ ਪਤਨੀ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਮੈਂ ਪੁਰਾਣੀਆਂ ਗੱਲਾਂ ਨੂੰ ਭੁੱਲਣ ਦੀ ਬਹੁਤ ਕੋਸ਼ਿਸ਼ ਕਰਦੀ ਹਾਂ, ਪਰ ਆਪਣੀ ਧੀ ਨੂੰ ਦੇਖ ਕੇ ਮੈਨੂੰ ਸਭ ਕੁਝ ਯਾਦ ਆ ਜਾਂਦਾ ਹੈ। ਮੇਰੇ ਪਤੀ ਨੇ ਹਮੇਸ਼ਾ ਮੈਨੂੰ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਕਿਹਾ। ਮੇਰੀ ਧੀ ਬਹੁਤ ਚੰਗੀ ਹੈ। ਅੱਜ ਮੇਰੀ ਬੇਟੀ 5 ਸਾਲ ਦੀ ਹੈ ਅਤੇ ਮੇਰੇ ਪਤੀ ਤੋਂ ਵੀ ਮੇਰੇ ਇੱਕ ਪੁੱਤਰ ਨੇ ਜਨਮ ਲਿਆ ਜੋ ਹੁਣ 9 ਮਹੀਨਿਆਂ ਦਾ ਹੈ। ਇਸ ਵੇਲੇ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ। ਮੈਂ ਹਮੇਸ਼ਾ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਮੇਰੇ ਨਾਲ ਜੋ ਹੋਇਆ ਉਹ ਕਿਸੇ ਵੀ ਲੜਕੀ ਨਾਲ ਨਾ ਹੋਵੇ, ਕਿਉਂਕਿ ਹਰ ਔਰਤ ਦੇ ਪਤੀ ਦੀ ਮੌਤ ਦੀ ਖਬਰ ਤੋਂ ਬਾਅਦ ਉਹ ਜਿਉਂਦਾ ਵਾਪਸ ਨਹੀਂ ਆਉਂਦਾ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਧੰਨਵਾਦ।